दोस्तों एक होर वीडियो रिपोर्ट लेके हाजिर हां ते अपनी इस लड़ी दी पंजवीं वीडियो रिपोर्ट सिख होमलैंड तो पंजाबी सूबा मूवमेंट ਅਤੇ ਚੰਡੀਗੜ੍ਹ ਦੇ ਮਸਲੇ ਉੱਤੇ ਦਰਿਆਈ ਪਾਣੀਆਂ ਨੂੰ ਲੈ ਕੇ ਪੰਜਾਬ ਦੀਆਂ ਕੀ ਮੰਗਾਂ ਕੀ ਨਾਰਾਜ਼ਗੀ ਜਿਹੜੀ ਕਿ ਸਿੱਖ ਅਕਾਲੀ ਤੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਰਹੀ ਹੈ ਇਸ ਉੱਤੇ ਆਪਾਂ ਅਲੱਗ-ਅਲੱਗ ਚਾਰ ਰਿਪੋਰਟਾਂ ਦੇ ਵਿੱਚ ਗੱਲ ਕਰ ਚੁੱਕੇ ਹਾਂ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਇਸ ਤਰੀਕੇ ਨਾਲ ਅਨੰਦਪੁਰ ਸਾਹਿਬ ਦਾ ਮਤਾ ਜਿਹੜਾ ਹੈ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਹੈ ਉਹ ਹੋਂਦ ਵਿੱਚ ਆਂਦਾ ਹੈ ਤੇ ਉਸ ਤੋਂ ਬਾਅਦ ਧਰਮ ਯੁੱਧ ਮੋਰਚੇ ਦੀ ਨੀਂਹ ਜਿਹੜੀ ਹੈ ਉਸ ਨੂੰ ਕਿਵੇਂ ਰੱਖਿਆ ਜਾਂਦਾ ਹੈ। लेकिन समझने ਲਈ 1978 ਤੇ 1981-82 ਦੇ ਇਸ ਘਟਨਾਕ੍ਰਮ ਨੂੰ ਸਾਨੂੰ ਇੱਕ ਵਾਰ ਫੇਰ 1966 ਤੋਂ ਹੀ ਦੀ ਸ਼ੁਰੂਆਤ ਕਰਨੀ ਹੋਏਗੀ ਰੀਆਰਗੇਨਾਈਜੇਸ਼ਨ ਐਕਟ ਜਿੱਥੇ ਅਸੀਂ ਆਪਣੀ ਵਿੱਤੀ ਰਿਪੋਰਟ ਦੀ ਕਹਾਣੀ ਛੱਡੀ ਸੀ। ਪੰਜਾਬ ਅਤੇ ਹਰਿਆਣਾ ਅਲੱਗ-ਅਲੱਗ ਸੂਬੇ ਬਣ ਚੁੱਕੇ ਹੁੰਦੇ ਨੇ, ਚੰਡੀਗੜ੍ਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਉਸ ਉੱਤੇ ਇਤਰਾਜ਼ ਹੈ, ਦਰਿਆਈ ਪਾਣੀਆਂ ਦੀ ਵੰਡ ਨੂੰ ਲੈ ਕੇ ਇਤਰਾਜ਼ ਹੈ। ਸੈਕਸ਼ਨ 78 ਤੇ 80 ਜਿਹੜੇ ਆਰਗੇਨਾਈਜੇਸ਼ਨ ਐਕਟ ਚਲਾਤੇ ਗਏ ਹੈਗੇ ਨੇ ਉਹਨਾਂ ਉੱਤੇ ਅਕਾਲੀ ਦਲ ਦੀ ਲੀਡਰਸ਼ਿਪ, ਪੰਜਾਬ ਦੀ ਲੀਡਰਸ਼ਿਪ, ਸਿੱਖ ਲੀਡਰਸ਼ਿਪ ਨੂੰ ਸਖਤ ਇਤਰਾਜ਼ ਹੁੰਦੇ ਨੇ। ਫੈਡਰਲ ਸੰਘੀ ਢਾਂਚੇ ਦੀ ਧੱਜੀਆਂ ਉੱਡਦੀਆਂ ਹੋਈਆਂ ਲੀਡਰ ਦੇਖ ਰਹੇ ਹੁੰਦੇ ਨੇ। ਲੇਕਿਨ 1966 ਤੋਂ ਲੈ ਕੇ 1991-92 ਤੱਕ ਦਾ ਜਿਹੜਾ ਘਟਨਾ ਚੱਕਰ ਸਿਆਸੀ ਜੋ ਵੀ ਸਥਿਤੀ ਰਹੀ ਹੈ ਉਸ ਵਿੱਚ ਬਹੁਤ ਹੀ ਅਜੀਬੋ-ਗਰੀਬ ਹਾਲਾਤ ਬਣਨੇ ਹੁੰਦੇ ਨੇ ਕਿਉਂਕਿ ਬਹੁਤ ਹੀ ਉਤਾਰ ਚੜਾਅ ਇਹਨਾਂ तमाम ਸਾਲਾਂ ਦੇ ਵਿੱਚ ਰਹੇ। ਤਕਰੀਬਨ ਮੈਂ ਲਗਭਗ 25 ਸਾਲਾਂ ਦੇ ਵਕਫੇ ਦੀ ਗੱਲ ਕਰ ਰਿਹਾ। ਇਹਨਾਂ 25 ਸਾਲਾਂ ਦੇ ਵਿੱਚ ਪੰਜਾਬ ਨੇ ਬਹੁਤ ਕੁਝ ਵੇਖਿਆ। ਉਸ ਦੀ ਨੀਂਹ 1966 ਦੇ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਉਹਨਾਂ ਕਮੀਆਂ ਖਾਮੀਆਂ ਦੇ ਚੱਲਦੇ ਪੈ ਗਈ ਸੀ। ਲੇਕਿਨ 1967 ਦੇ ਵਿੱਚ ਇਲੈਕਸ਼ਨ ਜਿਹੜਾ ਪੰਜਾਬ ਦਾ ਨਵੇਂ ਪੰਜਾਬ ਦਾ ਯਾਨੀ ਕਿ ਮਾਡਰਨ ਪੰਜਾਬ ਦਾ ਜਿਹੜਾ ਪਹਿਲਾ ਇਲੈਕਸ਼ਨ ਹੁੰਦਾ ਉਸ ਵਿੱਚ ਅਕਾਲੀ ਦਲ ਦੀ ਜਿੱਤ ਹੁੰਦੀ ਹੈ। ਗੁਰਨਾਮ ਸਿੰਘ ਮੁੱਖ ਮੰਤਰੀ ਪੰਜਾਬ ਦੇ ਹੁੰਦੇ ਨੇ ਤੇ ਉਹਨਾਂ ਦੀ ਮਿਨਿਸਟਰੀ ਲਾਈ ਜਾਂਦੀ ਹੈ। ਮਾਰਚ 1967 ਦੇ ਵਿੱਚ ਗੁਰਨਾਮ ਸਿੰਘ ਦੀ ਸਰਕਾਰ ਪੰਜਾਬ ਵਿੱਚ ਕਾਬਜ਼ ਹੁੰਦੀ ਹੈ। ਲੇਕਿਨ ਇਸ ਸਰਕਾਰ ਨੂੰ ਚੱਲਣ ਨਹੀਂ ਦਿੱਤਾ ਜਾਂਦਾ ਕਿਉਂਕਿ ਆਉਣ ਵਾਲੇ 6, 7, 8 ਸਾਲ ਜਾਂ ਫਿਰ ਉਸ ਤੋਂ ਗਾਂਹ ਵੱਧ ਕੇ ਵੀ ਕਈ ਦਹਾਕਿਆਂ ਤੱਕ ਕੇਂਦਰ ਦੇ ਵਿੱਚ ਜਿਹੜੀ ਜ਼ਿਆਦਾ ਤਾਕਤਵਰ ਕਾਂਗਰਸ ਪਾਰਟੀ ਰਹੀ ਜਾਂ ਇੰਦਰਾ ਗਾਂਧੀ ਰਹੀ ਉਹਨਾਂ ਵੱਲੋਂ तमाम ਅਜਿਹੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਵੀ ਪੰਜਾਬ ਦੇ ਵਿੱਚ ਇੱਕ ਸਟੇਬਿਲਿਟੀ ਸਥਿਰਤਾ ਨਾ ਰਹਿ ਪਾਏ। ਅਕਾਲੀ ਦਲ ਦੀ ਲੀਡਰਸ਼ਿਪ ਜਾਂ ਅਕਾਲੀ ਦਲ ਦੀ ਮਿਨਿਸਟਰੀਆਂ ਨੂੰ ਲਗਾਤਾਰ ਇੱਕ ਤੋਂ ਬਾਅਦ ਇੱਕ ਕੁਝ ਸਾਲਾਂ ਦੇ ਅੰਤਰਾਲ ਤੋਂ ਬਾਅਦ ਤੋੜਿਆ ਜਾਂਦਾ ਰਿਹਾ। ਹਾਲਤ ਇਹ ਹੋ ਗਈ 1997 ਤੋਂ ਪਹਿਲਾਂ ਅਕਾਲੀ ਦਲ ਕਦੇ ਵੀ ਇਲੈਕਸ਼ਨ ਜਿੱਤਣ ਦੇ ਬਾਵਜੂਦ ਵੀ ਆਪਣੀ ਸਰਕਾਰ ਦੇ ਪੂਰੇ 5 ਸਾਲ ਦੀ ਟਰਮ ਪੂਰੀ ਨਹੀਂ ਸੀ ਕਰ ਪਾਇਆ। ਇਹ ਇਤਿਹਾਸ ਦੀ ਇੱਕ ਬਹੁਤ ਵੱਡੀ ਸਿਆਸੀ ਤਰਾਸਦੀ ਇਸ ਨੂੰ ਕਿਹਾ ਜਾ ਸਕਦਾ ਹੈ। ਇਹ ਦੱਸਦੀ ਹੈ ਵੀ ਸ਼੍ਰੋਮਣੀ ਅਕਾਲੀ ਦਲ ਨੇ 1967 ਤੋਂ ਲੈ ਕੇ 1991-92 ਤੱਕ ਜਿਵੇਂ 25 ਸਾਲ ਦੀ ਵੀ ਗੱਲ ਕਰ ਲੈਣਾ ਹੈ ਤਕਰੀਬਨ 4 ਚੋਣਾਂ ਜਿੱਤੀਆਂ ਜਿਨ੍ਹਾਂ ਵਿੱਚੋਂ ਉਹਨਾਂ ਨੂੰ ਸੱਤਾ ਦੇ ਉੱਤੇ ਕਾਬਜ਼ ਰਹਿਣ ਦਾ ਜਿਹੜਾ ਸਮਾਂ ਕਾਰਜਕਾਲ ਹੁੰਦਾ ਰਿਹਾ ਉਹ ਮਹਿਜ਼ 7 ਸਾਲ 6 ਮਹੀਨੇ ਸੀ। 4 ਚੋਣਾਂ ਜਿੱਤਣ ਦੇ ਬਾਵਜੂਦ ਅਕਾਲੀ ਦਲ ਸਿਰਫ 7.5 ਸਾਲ ਸੱਤਾ ਵਿੱਚ ਕਾਬਜ਼ ਰਹਿ ਪਾਇਆ ਜਦੋਂ ਕਿ ਕਾਂਗਰਸ 2 ਚੋਣਾਂ ਜਿੱਤਣ ਦੇ ਬਾਅਦ ਤਕਰੀਬਨ 8.5 ਸਾਲ ਕਾਬਜ਼ ਰਹਿੰਦੀ ਹੈ। ਇਸ ਤੋਂ ਇਲਾਵਾ ਪੰਜਾਬ ਦੇ ਵਿੱਚ 7.5 ਸਾਲ ਤੋਂ ਵੱਧ ਸਮਾਂ ਇਸ ਵਕਫੇ ਦੇ ਦੌਰਾਨ ਰਾਸ਼ਟਰਪਤੀ ਸ਼ਾਸਨ ਦਾ ਲਾਗੂ ਰਹਿੰਦਾ ਹੈ ਯਾਨੀ ਕਿ ਰਾਸ਼ਟਰਪਤੀ ਸ਼ਾਸਨ ਪੰਜਾਬ ਦੇ ਵਿੱਚ ਕਈ ਅਲੱਗ-ਅਲੱਗ ਫੇਜ਼ਸ ਦੇ ਵਿੱਚ ਕਈ ਅਲੱਗ-ਅਲੱਗ ਪੜਾਵਾਂ ਤੇ ਲਾਇਆ ਗਿਆ ਤੇ ਇਸ ਲਈ ਸੰਵਿਧਾਨ ਵਿੱਚ ਤਰਮੀਮਾਂ ਕਰਨੀਆਂ ਪਈਆਂ। ਤੁਸੀਂ ਖੁਦ ਸਮਝ ਸਕਦੇ ਹੋ ਇਹ ਸਥਿਤੀ ਕੀ ਰਹੀ ਹੋਏਗੀ ਉਸ ਵਕਤ ਜਦੋਂ ਕਿ ਕੇਂਦਰ ਦੇ ਵਿੱਚ ਕਾਂਗਰਸ ਤੇ ਇੰਦਰਾ ਗਾਂਧੀ ਦੀ ਗਵਰਨਮੈਂਟ ਜ਼ਿਆਦਾ ਸਮਾਂ 1984 ਤੱਕ ਕਾਬਜ਼ ਰਹੀ ਤੇ ਇਸੇ ਵਕਤ ਇਹੀ ਉਹ ਵਕਤ ਸੀ ਜਦੋਂ ਵੀ ਅਕਾਲੀ ਸਰਕਾਰ ਬਣੀ ਤਾਂ ਕਾਂਗਰਸ ਦੀ ਕੋਸ਼ਿਸ਼ ਇਹ ਰਹੀ ਕਿ ਅਕਾਲੀ ਦਲ ਦੀ ਸਰਕਾਰ ਜਾਂ ਉਹਦੀ ਮਿਨਿਸਟਰੀਆਂ ਗਿਰ ਜਾਣ ਤੇ ਉਹ ਗਿਰਦੀਆਂ ਵੀ ਰਹੀਆਂ। 1967 ਦੀ ਜਿਹੜੀ ਗੁਰਨਾਮ ਸਿੰਘ ਮਿਨਿਸਟਰੀ ਹੁੰਦੀ ਹੈ ਮਹਿਜ਼ 6 ਮਹੀਨੇ ਬਾਅਦ ਮਾਰਚ ਦੇ ਵਿੱਚ ਬਣੀ ਹੈ ਜਿਹੜੀ ਸਰਕਾਰ ਹੁੰਦੀ ਹੈ ਨਵੰਬਰ 1967 ਆਉਂਦਿਆਂ ਡਿੱਗ ਚੁੱਕੀ ਹੁੰਦੀ ਹੈ। ਲਛਮਣ ਸਿੰਘ ਗਿੱਲ ਦੂਸਰੇ ਖੇਮੇ ਵਿੱਚ ਕਾਂਗਰਸ ਦੀ ਮਦਦ ਨਾਲ ਸ਼ਾਮਲ ਹੋ ਜਾਂਦੇ ਨੇ। ਕਾਂਗਰਸ ਦਾ ਸਮਰਥਨ ਲੈ ਕੇ ਲਛਮਣ ਸਿੰਘ ਗਿੱਲ ਅਕਾਲੀ ਦਲ ਦੇ ਆਪਣੇ ਆਗੂ ਮਿਨਿਸਟਰੀ ਤੋੜ ਕੇ ਆਪਣੀ ਸਰਕਾਰ ਬਣਾ ਲੈਂਦੇ ਨੇ। ਨਵੰਬਰ 67 ਵਿੱਚ ਬਣੀ ਲਛਮਣ ਸਿੰਘ ਗਿੱਲ ਦੀ ਸਰਕਾਰ 1 ਸਾਲ ਵੀ ਪੂਰਾ ਨਹੀਂ ਕਰ ਪਾਉਂਦੀ। 1968 ਦੇ ਵਿੱਚ ਉਸ ਸਰਕਾਰ ਨੂੰ ਵੀ ਘੇਰਤਾ ਜਾਂਦਾ ਹੈ ਤੇ ਇਸ ਤੋਂ ਬਾਅਦ ਲੱਗਦਾ ਹੈ ਰਾਸ਼ਟਰਪਤੀ ਸ਼ਾਸਨ। ਇਹ ਮਾਡਰਨ ਪੰਜਾਬ ਦਾ ਉਹ ਛੋਟਾ ਪੰਜਾਬ ਜੋ ਕਿ ਅੱਜ ਦਾ ਪੰਜਾਬ ਹੈ ਉਸ ਦਾ ਪਹਿਲਾ ਰਾਸ਼ਟਰਪਤੀ ਸ਼ਾਸਨ ਹੁੰਦਾ ਹੈ ਜਿਸ ਤੋਂ ਬਾਅਦ ਕਿ 1969 ਦੇ ਵਿੱਚ ਦੁਬਾਰਾ ਵੋਟਾਂ ਪੈਂਦੀਆਂ ਨੇ, ਦੁਬਾਰਾ ਇਲੈਕਸ਼ਨ ਹੁੰਦੀ ਹੈ ਤੇ ਫਿਰ ਅਕਾਲੀ ਜਿੱਤ ਕੇ ਆ ਜਾਂਦੇ ਨੇ। ਲੇਕਿਨ ਇਸ ਵਕਤ ਵੀ ਉਹੀ ਕੁਝ ਹੁੰਦਾ ਹੈ ਜੋ ਕਿ 1966 ਤੋਂ ਬਾਅਦ 67 ਤੋਂ ਬਾਅਦ ਹੁੰਦਾ ਆ ਰਿਹਾ ਹੁੰਦਾ ਹੈ। ਸਰਕਾਰ ਬਣਦੀ ਹੈ 1959 ਦੇ ਵਿੱਚ ਉਸ ਨੂੰ ਤਕਰੀਬਨ 1 ਸਾਲ ਚੱਲਣ ਦਿੱਤਾ ਜਾਂਦਾ ਹੈ। ਫਿਰ ਬਾਅਦ ਦੇ ਵਿੱਚ ਉਸੇ ਮਿਨਿਸਟਰੀ ਨੂੰ ਘੇਰ ਕੇ ਇੱਕ ਨਵੀਂ ਮਿਨਿਸਟਰੀ ਕਾਂਗਰਸ ਦੀ ਮਦਦ ਦੇ ਨਾਲ ਉਸ ਦੇ ਵਿੱਚ ਵੀ ਉਥਲ-ਪੁਥਲ ਕੀਤੀ ਜਾਂਦੀ ਹੈ। ਤਕਰੀਬਨ 70 ਦੇ ਵਿੱਚ ਦੁਬਾਰਾ 1970 ਦੇ ਵਿੱਚ ਪ੍ਰੈਜ਼ੀਡੈਂਟ ਰੂਲ ਜਿਹੜਾ ਹੈ ਦੁਬਾਰਾ ਪੰਜਾਬ ਦੇ ਵਿੱਚ ਲਾਤਾ ਜਾਂਦਾ ਹੈ। ਦੂਸਰਾ ਮੌਕਾ ਹੁੰਦਾ ਹੈ ਜਦੋਂ ਕਿ ਮਹਿਜ਼ 3-3.5 ਸਾਲਾਂ ਦੇ ਵਿੱਚ ਕਿੰਨੀਆਂ ਮਿਨਿਸਟਰੀਆਂ ਬਣ ਚੁੱਕੀਆਂ ਹੁੰਦੀਆਂ ਨੇ, ਟੁੱਟ ਚੁੱਕੀਆਂ ਹੁੰਦੀਆਂ ਨੇ ਤੇ ਦੂਸਰੀ ਵਾਰ ਰਾਸ਼ਟਰਪਤੀ ਸ਼ਾਸਨ ਲੱਗ ਰਿਹਾ ਹੁੰਦਾ ਹੈ। 1971 ਦੇ ਵਿੱਚ ਰਾਸ਼ਟਰਪਤੀ ਸ਼ਾਸਨ ਲੱਗਦਾ ਹੈ ਤੇ 1972 ਤੱਕ ਜਾਰੀ ਰਹਿੰਦਾ ਹੈ ਜਿਸ ਤੋਂ ਬਾਅਦ ਕਿ ਗਿਆਨੀ ਜ਼ੈਲ ਸਿੰਘ
यानी कि कांग्रेस की सरकार पंजाब दे विच काबज हुंदी है। 1972 तो लैके 1977 तक सरकार पूरी स्टेबिलिटी दे नाल चलदी है, क्योंकि कांग्रेस की सरकार हुंदी है, ज्ञानी जैल सिंह मुख मंत्री हुंदे ने, इंदिरा गांधी उत्ते हुंदी है, उस दौरान एमरजेंसी भी लगती है। 75 तो बाद 19 महीने की एमरजेंसी हुंदी है। वधीकियां पंजाब दे विच भी उवें ही हुंदियां जिवें पूरे देश भर विच होईयां हुंदियां ने, लेकिन चूंकि कांग्रेस की सरकार आई हुंदी है 1967 तो बाद, इस वास्ते 72 तो 77 तक सरकार मुकम्मल तौर पर चलती है। 77 तो 80 तक का जिहड़ा समां हुंदा उस विच अकाली दल फिर जेतू रहिंदा है। प्रकाश सिंह बादल की मिनिस्ट्री हुंदी है, मुख्य मंत्री प्रकाश सिंह बादल हुंदे ने, लेकिन इस सरकार नूं भी 1980 दे विच घेरता जाता है इंदिरा गांधी जदों प्रधानमंत्री बनदे हैगे ने। सो पूरा जे आपां घटनाक्रम सियासी वेखीए उस दे विच 1967 तो लैके 1980-82 जद तक ही धर्म युद्ध मोर्चे की शुरुआत होने का समा आंदा है, उस वक्त तक पंजाब दे विच एक हद दर्जे की सियासी जिहड़ी अस्थिरता इंस्टेबिलिटी वेखी गई। इसका वड्डा कारण यही सी भी अकाली दल दीआं सरकारां नूं या मिनिस्ट्रियां नूं कांग्रेस ने टिकण नहीं दिता। किसी ना किसी तरीके नाल कोई ना कोई पैंतड़ा अपना के लीडरां नूं अपने पासे करके उन्हां नूं लालच दे के उन्हां नूं किसी तरीके का प्रलोभन दे के सरकारां एक दूसरे दीआं घेरतियां जांदियां रहीआं ते मुख मंत्री बनण दे चक्कर दे विच बहुत से जिहड़े अकाली लीडर सी वो भी कांग्रेस की इन्हां साजिशां दा शिकार हुंदे रहे। सो यह इतिहास है ते यही वो समा सी जदों कि पंजाब दीआं वो मुख मंगां जिहदे विच पंजाबी बोलदे इलाकिਆਂ ਦੀ ਗੱਲ सी, हिंदी बोलते ऐसे इलाके जो कि पंजाब का हिस्सा सन, लेकिन मरदमशुमारी दे विच कमियां खामियां करके उन्होंने हरियाणा नूं दिता जा रहा सी, उस उत्ते गतिरोध सी। पाणियां दे मुद्दे उत्ते सेंट्रल जिहड़े वाटर वर्क्स है उस उत्ते केंद्र काबज हो रहा सी। सैक्शन 78 ते 80 जिहड़ा है उस नूं लाता गया सी। इस तो इलावा चंडीगढ़ का एक बहुत बड़ा मसला सी जिसनूं कि तमाम वादियां तो बाद भी पंजाब नूं नहीं सी सौंपिया जा रहा। 1962 ते 1965 ਦੀਆਂ ਜੰਗਾਂ ਦੇ ਵਿੱਚ ਸਿੱਖਾਂ ਦੇ ਪੰਜਾਬੀਆਂ ਦੇ ਬਹੁਤ ਹੀ ਜ਼ਬਰਦਸਤ ਪ੍ਰਦਰਸ਼ਨ ਤੇ लामिसाल जिहड़े उन्होंने कुर्बानियां दित्तियां हुंदियां ने, उस चीज नूं नजरअंदाज करदे होया 1966 की रीऑर्गेनाइजेशन जद तो पंजाब एक सूबा बन जाता है, उस तो बाद पंजाबियां दा सिखां दी जिहड़ी एक कोटा हुंदा है या उन्हां दी जी गिणती हुंदी है फौज दे विच मैरिट के आधार ते उस विच एक कटौती की जाती है। कोटा सिस्टम भारतीय फौज विच लिआंदा जाता है। एक ऐसी मूव हुंदी है जिस नाल कि पंजाब की जवानी ने काफी हद तक प्रभावित होंदा है, क्योंकि खेती बाड़ी के नाल नाल फौज दे विच जाके देश की रक्षा करना, देश लई अपनी ड्यूटी देना, ये पंजाब के कल्चर विच है, ये पंजाबियों के सिखां के कल्चर विच रहा है। सो वो इलाका वो हिंटरलैंड पंजाब जिथों की बहुतात भारतीय फौज के बहादुर जाबाज फौजी आया करते सन, उन्हों का भी जिहड़ा गिणती है, उन्हों का भी जिहड़ा कोटा है, उन्हों की जिहड़ी हिस्सेदारी है उसनूं भी भारतीय फौज के विच कटाए जाने की कवायद 1966 तो बाद शुरू होती है। सो इन्हां तमाम परिस्थितियों के विच अकाली दल की लीडरशिप की चुनौती यह हो रही होंदी है भी हुण उन्हां नूं समझ ये नहीं आ रहा हुंदा भी खुद दियां सरकारां वो चला नहीं पा रहे हैगे ने, पूरे देश विच उन्हां नूं ब्रांड करता जाता है, उन्हां दी बदनामी इस पक्षों हो जाती है भी ये लोग सरकार चलाने के लायक नहीं है, स्थिरता पंजाब नूं देण दे लायक नहीं है। ज्ञानी जैल सिंह तो 1972 तो 77 की सरकार के वक्त अकाली दल नूं मौका मिलता है 75 के विच एमरजेंसी के दौरान इंदिरा गांधी की मुखालफत करन दा। उस वक्त इंदिरा गांधी, मैं पहली रिपोर्ट में जिक्र किया, काफी कोशिशां करती है भी किसी तरीके नाल पंजाब दे विचों जो कि एक बहुत वड्डा विरोध जिहड़ा एमरजेंसी का हो रहा हुंदा है उस उत्ते कोई ठल पवे। इस समय तक इंदिरा गांधी वालों जथेदार संतोख सिंह जो दिल्ली गुरुद्वारा मैनेजमेंट कमेटी के प्रधान हुंदे ने, उन्हां दी विचौलगी दे नाल अकाली दल दे नाल गलबात की जाती है। कई होर लीडर, अमरिंदर सिंह वर्गे लीडर, भाई अशोक सिंह बागड़िया वर्गे लीडरां दे जरिए भी इंदिरा गांधी कोशिश करती है भी अकालियां वालों मेरा विरोध एमरजेंसी के उस क्रिटिकल दौर में बंद हो, लेकिन मोर्चे जिहड़े एमरजेंसी के हुंदे ने लगदे ने। मैं पहला जिक्र इस रिपोर्ट इस सीरीज दे विच कर चुका है, लेकिन इत्थों गल एक नवीं डायमेंशन फड़दी है क्योंकि हुण तक ये चीज समझ आ चुकी हुंदी है भी ये जिहड़े मुद्दे हैगे ने सारे जुड़े हुए हैगे ने। तकरीबन 1972-73 आंदियां होया ये सारे मुद्दों नूं क्रिस्टलाइज कर लिया गया हुंदा है। इस सब दे चलदे ही 1972-73 के आस-पास अकाली दल की जिहड़ी वर्किंग कमेटी हुंदी है उस वल्लों एक विशेष कमेटी बनाई जाती है ते एक रेजोल्यूशन, एक मता अपने भविख की रूपरेखा, अपने भविख दी मंगां, अपने टीचे, अपने एम्स ते अपने टारगेट्स इन्हां नूं तय करन ते अपने मनोरथां नूं साधन संबंधी एक खरड़ा तैयार करन, एक मसौदा तैयार करन दी एक तस्वीर सामने आती है। 72 ते 73 के दौरान एक काम हुंदा ते 1973 दे विच अनंदपुर साहब रेजोल्यूशन का जिहड़ा ड्राफ्ट है वो वर्किंग कमेटी वालों बनाई गई एक स्पेशल जिहड़ी कमेटी है उस वालों बनाया जाता है। एक बहुत ही महत्वपूर्ण ड्राफ्ट हुंदा है। इस ड्राफ्ट के मुढ़ले तौर पर सारे मुद्दे इनकॉर्पोरेट किए गए होंगे ने, जिस विच की चंडीगढ़ का मुद्दा होंदा है, जिस विच की पंजाबी बोलते इलाकों की गल होंदी है। सब तो अहम बेडरॉक जो अनंदपुर साहब रेजोल्यूशन का होंदा है वह होंदा है संघी ढांचे नूं सही तरीके नाल देश विच लागू किया जाए, फेडरल स्ट्रक्चर लागू किया जाए, खुद मुख्तियारी सूबियां नूं दित्ती जाए,
डिफेंस करंसी ਟੈਲੀਕਮਿਊਨੀਕੇਸ਼ਨ ਵਰਗੇ ਕੁਝ ਮੂਲ ਜਿਹੜੇ ਡਿਪਾਰਟਮੈਂਟ ਛੱਡ ਕੇ ਹੋਰ ਸਾਰੇ ਮਹਿਕਮੇ ਉਹਨਾਂ ਤੋਂ ਮਿਲਣ ਵਾਲੇ ਜਿਹੜੇ ਟੈਕਸ ਹੈਗੇ ਨੇ ਉਹ ਸੂਬਿਆਂ ਦਾ ਅਧਿਕਾਰ ਖੇਤਰ ਹੋਣ। ਇਹ ਸਾਰੀਆਂ ਗੱਲਾਂ ਬਾਤਾਂ ਦੇ ਨਾਲ ਨਾਲ ਚੰਡੀਗੜ੍ਹ ਦਾ ਮਸਲਾ, ਪੰਜਾਬੀ ਬੋਲਦੇ ਇਲਾਕੇ ਜਿਹੜੇ ਪੰਜਾਬ ਨੂੰ ਦਿੱਤੇ ਜਾਣ ਦੀ ਗੱਲਬਾਤ ਹੈ, ਸਿੱਖਾਂ ਦੀ ਜਿਹੜੀ ਭਰਤੀ ਹੈਗੀ ਹੈ ਭਾਰਤੀ ਫੌਜ ਦੇ ਵਿੱਚ, ਉਸ ਦੇ ਸੰਬੰਧ ਵਿੱਚ ਜਿਹੜਾ ਕੋਟਾ ਸਿਸਟਮ ਭਾਰਤ ਦੇ ਵਿੱਚ ਲਾਗੂ ਕੀਤਾ ਗਿਆ ਹੁੰਦਾ ਹੈ। ਹਰ ਸੂਬੇ ਦੇ ਵਿੱਚੋਂ, ਹਰ ਸਟੇਟ ਦੇ ਵਿੱਚੋਂ ਕੋਟਿਆਂ ਦੇ ਹਿਸਾਬ ਨਾਲ ਨੌਜਵਾਨਾਂ ਦੀ ਭਰਤੀ ਕੀਤੀ ਜਾਣੀ ਹੁੰਦੀ ਹੈ, ਜੋ ਕਿ ਇੱਕ ਨੈਚੁਰਲ ਜਸਟਿਸ ਤੇ ਇੱਕ ਮੈਰਿਟ ਦੇ ਸਿਸਟਮ ਦੇ ਖਿਲਾਫ ਹੁੰਦੀ ਹੈ, ਕਿਉਂਕਿ ਫਰੰਟੀਅਰ ਸੂਬਾ ਹੋਣ ਦੇ ਨਾਤੇ ਤੇ ਦੇਸ਼ ਦੀ ਆਜ਼ਾਦੀ ਲਈ ਜਾਂ ਦੇਸ਼ ਦੀ ਆਜ਼ਾਦੀ ਤੋਂ ਬਾਅਦ ਦੀਆਂ ਜੰਗਾਂ ਦੇ ਵਿੱਚ ਕੁਰਬਾਨੀਆਂ ਦਾ ਇੱਕ ਬਹੁਤ ਵੱਡਾ ਹਿੱਸਾ ਪੰਜਾਬੀਆਂ ਜਾਂ ਸਿੱਖਾਂ ਦੇ ਨਾਂ ਉੱਤੇ ਬੋਲਦਾ ਹੋਣ ਦੇ ਨਾਤੇ ਪੰਜਾਬੀਆਂ ਦਾ ਹੱਕ ਵੀ ਬਣਦਾ ਹੁੰਦਾ ਹੈ ਤੇ ਇਹ ਭਾਰਤ ਤੇ ਭਾਰਤੀ ਫੌਜ ਲਈ ਸਹੀ ਹੁੰਦਾ ਹੈ ਤੇ ਸਥਾਪਿਤ ਹੋ ਚੁੱਕਾ ਹੁੰਦਾ ਹੈ। ਲੇਕਿਨ ਇਸ ਦੇ ਬਾਵਜੂਦ ਇਹ ਵਿਤਕਰਾ ਕਿਉਂ ਹੁੰਦਾ ਹੈ, ਇਸ ਸੰਬੰਧੀ ਅਨੰਦਪੁਰ ਸਾਹਿਬ ਮਤੇ ਦੇ ਵਿੱਚ ਤਜਵੀਜ਼ਾਂ ਰੱਖੀਆਂ ਜਾਂਦੀਆਂ ਨੇ, ਇਸ ਡਰਾਫਟ ਦੇ ਵਿੱਚ ਗੱਲਬਾਤ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਇੱਕ ਹੋਰ ਮੁੱਦਾ ਕਿਰਪਾਨ ਦਾ, ਉਹ ਬਹੁਤ ਅਹਿਮ ਹੁੰਦਾ ਕਿਉਂਕਿ ਕਿਰਪਾਨ ਨੂੰ ਕੈਰੀ ਕਰਨ ਦੀ, ਉਸ ਨੂੰ 5 ਕਕਾਰਾਂ ਵਿੱਚੋਂ ਕਿਰਪਾਨ ਨੂੰ ਆਪਣੇ ਨਾਲ ਰੱਖਣਾ ਉਹ ਕਿਸ ਹੱਦ ਤੱਕ ਵਾਜਬ ਹੈ, ਇਸ ਉੱਤੇ ਸਵਾਲ ਉੱਠ ਰਹੇ ਹੁੰਦੇ ਨੇ। ਆਰਟੀਕਲ 25 ਜਿਹੜਾ ਸੰਵਿਧਾਨ ਦਾ ਹੈ ਉਸ ਦੇ ਤਹਿਤ ਕਿਰਪਾਨ ਦੇ ਮੁੱਦੇ ਨੂੰ ਇੱਕ ਬਹੁਤ ਵੱਡਾ ਇਸ਼ੂ ਦੇਸ਼ ਵਿੱਚ ਬਣਾਇਆ ਜਾ ਰਿਹਾ ਹੁੰਦਾ ਹੈ। ਸਿੱਖਾਂ ਦੀ ਮੰਗ ਇਹ ਹੁੰਦੀ ਹੈ ਵੀ ਕਿਰਪਾਨ ਇੱਕ ਅਨਿੱਖੜਵਾਂ ਹਿੱਸਾ ਹੈ ਕਿਸੇ ਵੀ ਸਿੱਖ ਸ਼ਖਸੀਅਤ ਦਾ, ਸੋ ਇਸ ਵਾਸਤੇ ਉਸ ਨੂੰ ਉਸ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਸੋ ਕਿਰਪਾਨ ਇੱਕ ਅਲੱਗ ਇਸ਼ੂ ਹੁੰਦਾ ਹੈ, ਫੌਜ ਦੇ ਵਿੱਚ ਭਰਤੀ ਅਲੱਗ ਇਸ਼ੂ ਹੁੰਦਾ ਹੈ, ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ, ਸੰਘੀ ਢਾਂਚਾ, ਇਹ ਸਾਰੀਆਂ ਗੱਲਾਂ ਬਾਤਾਂ ਦਾ ਇੱਕ ਬਹੁਤ ਲੰਬਾ ਚੌੜਾ ਖਾਕਾ ਜਿਹੜਾ ਹੈ ਇਸ 1973 ਦੇ ਡਰਾਫਟ ਦੇ ਵਿੱਚ ਤਿਆਰ ਹੁੰਦਾ ਹੈ। ਇਹ ਡਰਾਫਟ 1973 ਤੋਂ ਲੈ ਕੇ 78 ਤੱਕ ਦੀ ਵੇਟ ਕਰਦਾ ਹੈ ਕਿਉਂਕਿ 1975 ਦੀ ਐਮਰਜੈਂਸੀ ਤੋਂ ਬਾਅਦ ਇੱਕ ਵੱਖਰਾ ਦੌਰ ਸ਼ੁਰੂ ਹੋ ਜਾਂਦਾ ਹੈ, ਮੋਰਚੇ ਲੱਗਦੇ ਨੇ। ਮੈਂ ਪਹਿਲਾਂ ਹੀ ਜ਼ਿਕਰ ਕੀਤਾ ਸੀ ਤਕਰੀਬਨ 57,000 ਦੇ ਆਸ-ਪਾਸ ਗ੍ਰਿਫਤਾਰੀਆਂ ਹੁੰਦੀਆਂ ਨੇ ਨਾ ਮੋਰਚਿਆਂ ਦੇ ਵਿੱਚ, ਅਕਾਲੀ ਮੋਰਚਿਆਂ ਦੇ ਵਿੱਚ ਮੌਤਾਂ ਵੀ ਬਹੁਤ ਲੋਕਾਂ ਦੀਆਂ ਹੁੰਦੀਆਂ, ਟਕਰਾਅ ਹੁੰਦਾ ਹੈ। ਉਸ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਲੱਥਦੀ ਹੈ, ਐਮਰਜੈਂਸੀ ਤੋਂ ਬਾਅਦ ਜਨਤਾ ਦਲ ਦੀ ਸਰਕਾਰ ਆਉਂਦੀ ਹੈ, ਪੰਜਾਬ ਦੇ ਵਿੱਚ ਵੀ ਬਦਲਾਅ ਆ ਜਾਂਦਾ ਹੈ। 1977 ਦੀ ਅਕਾਲੀ ਦਲ ਦੀ ਇੱਕ ਹੋਰ ਜਿੱਤ, ਪ੍ਰਕਾਸ਼ ਸਿੰਘ ਬਾਦਲ ਦੀ ਮਿਨਿਸਟਰੀ, ਇਹੀ ਉਹ ਮੌਕਾ ਹੁੰਦਾ ਜਦੋਂ ਕਿ 1978 ਦੇ ਵਿੱਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਇਸ ਡਰਾਫਟ ਨੂੰ ਲੁਧਿਆਣਾ ਦੇ ਵਿੱਚ ਇੱਕ ਜਨਰਲ ਕਾਨਫਰੰਸ ਜਾਂ ਜਨਰਲ ਇਜਲਾਸ ਜਿਹੜਾ ਹੁੰਦਾ ਅਕਾਲੀ ਦਲ, ਉਸ ਵਿੱਚ ਮਨਜ਼ੂਰੀ ਦਿੱਤੀ ਜਾਂਦੀ ਹੈ, ਅਪਰੂਵਲ ਦਿੱਤਾ ਜਾਂਦਾ ਤੇ ਇਸ ਨੂੰ ਅਪਣਾ ਲਿਆ ਜਾਂਦਾ ਹੈ। ਸੋ 1978 ਤੋਂ ਲੈ ਕੇ 22 ਸਾਲ ਉਹ ਤੇ 21 ਸਾਲ ਅੱਜ ਦੇ ਇਸ ਸਦੀ ਦੇ ਤਕਰੀਬਨ 43 ਸਾਲਾਂ ਤੋਂ ਅਨੰਦਪੁਰ ਸਾਹਿਬ ਮਤਾ ਇੱਕ ਐਸਾ ਇਸ਼ੂ ਹੈ ਜਿਸ ਨੂੰ ਕਿ ਬੀਤੇ ਤਕਰੀਬਨ 1.5 ਦਹਾਕੇ ਦੇ ਵਿੱਚ ਅਸੀਂ ਖੁਦ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਉਸ ਨੂੰ ਭੁੱਲਦਾ ਹੋਇਆ ਵੇਖਦੇ ਹਾਂ। ਉਸ ਤੋਂ ਮੁਨਕਰ ਹੁੰਦਿਆਂ ਹੋਇਆਂ ਅਸੀਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਹੁਣੀ ਵੇਖਿਆ ਜਦੋਂ ਜੰਮੂ ਕਸ਼ਮੀਰ ਦੇ ਸੰਦਰਭ ਦੇ ਵਿੱਚ, ਟ੍ਰਾਈਫਰਕੇਸ਼ਨ ਦੇ ਸੰਦਰਭ ਦੇ ਵਿੱਚ ਸਾਰੇ ਮਤੇ ਜਦੋਂ ਪਾਰਲੀਮੈਂਟ ਵਿੱਚ ਆਉਂਦੇ ਨੇ ਤਾਂ ਅਕਾਲੀ ਦਲ ਦੀ ਲੀਡਰਸ਼ਿਪ, ਸੁਖਬੀਰ ਬਾਦਲ ਵਰਗੇ ਉਹ ਲੀਡਰ ਜੋ ਕਿ ਫੈਡਰਲ ਸਿਧਾਂਤਾਂ ਜਾਂ ਸੰਘੀ ਸਿਧਾਂਤਾਂ ਤੋਂ ਜ਼ਿਆਦਾ ਜਾਣੂ ਨਹੀਂ ਸਨ ਜਾਂ ਆਪਣੇ ਉਸ ਰੂਟਸ ਦੇ ਨਾਲ ਉਸ ਤਰੀਕੇ ਨਾਲ ਜੁੜੇ ਨਹੀਂ ਸਨ, ਆਈਡੀਓਲੋਜੀਕਲੀ ਉਹਨਾਂ ਨੂੰ ਪੂਰੀ ਪਾਰਟੀ ਦੀ ਆਈਡੀਓਲੋਜੀ ਜਾਂ ਉਸ ਦੀ ਕੁਰਬਾਨੀਆਂ ਦੇ ਬਾਰੇ, ਉਸ ਦੇ ਸੰਘਰਸ਼ ਦੇ ਬਾਰੇ ਉਸ ਲੈਵਲ ਦੀ ਜਾਣਕਾਰੀ ਨਹੀਂ ਸੀ। ਉਹ ਬਹੁਤ ਹੀ ਸੌਖੇ ਤੇ ਬਹੁਤ ਹੀ ਸਿੱਧੇ ਦਿਸਣ ਵਾਲੇ ਸਿਆਸੀ ਮਫਾਦ ਤੋਂ ਪ੍ਰੇਰਿਤ ਹੋ ਕੇ ਵੋਟ ਭੁਗਤਾਉਂਦੇ ਨੇ। ਪਾਰਲੀਮੈਂਟ ਦੇ ਵਿੱਚ ਵੋਟ ਜਿਹੜਾ ਹੈ ਉਸ ਜੰਮੂ ਕਸ਼ਮੀਰ ਦੇ ਸੰਦਰਭ ਵਿੱਚ ਸੰਘੀ ਢਾਂਚੇ ਦੀ ਪੂਰੀ ਸਪਿਰਿਟ ਦੇ ਉਲਟ ਜਾ ਕੇ ਪਾਉਂਦੇ ਨੇ। ਸੋ ਇਹ ਤਰਾਸਦੀ ਰਹੀ ਹੈ ਅਕਾਲੀ ਦਲ ਦੀ ਵੀ ਬੀਤੇ ਤਕਰੀਬਨ 2-2.5 ਦਹਾਕਿਆਂ ਦੇ ਵਿੱਚ। ਪਾਰਟੀ ਇੱਕ ਪਰਿਵਾਰ ਦੀ, ਬਾਦਲ ਪਰਿਵਾਰ ਦੀ ਪਾਰਟੀ ਬਣ ਕੇ ਰਹਿ ਗਈ ਤੇ ਉਸਨੇ ਆਪਣੀਆਂ ਸਾਰੀਆਂ ਕਦਰਾਂ ਕੀਮਤਾਂ ਜੋ ਕਿ ਐਡੇ ਲੰਬੇ ਚੌੜੇ ਘੋਲ ਤੋਂ ਬਾਅਦ ਉਸ ਸਿੱਖ ਹੋਮਲੈਂਡ, ਪੰਜਾਬੀ ਮੂਵਮੈਂਟ, ਪੰਜਾਬੀ ਸੂਬਾ ਮੂਵਮੈਂਟ, ਉਸ ਤੋਂ ਬਾਅਦ ਜਿਹੜਾ ਸੰਘਰਸ਼ ਚੱਲਦਾ ਪਿਆ ਰਿਹਾ ਚੰਡੀਗੜ੍ਹ ਦਾ, ਪਾਣੀਆਂ ਦਾ, ਉਸ ਤੋਂ ਬਾਅਦ ਜਿਹੜਾ ਅਨੰਦਪੁਰ ਸਾਹਿਬ ਦਾ ਮਤਾ ਬਣਦਾ ਹੈ, ਉਹ ਸਾਰੀਆਂ ਗੱਲਾਂ ਬਾਤਾਂ ਨੂੰ ਕਿਤੇ ਨਾ ਕਿਤੇ ਅਸੀਂ ਬੀਤੇ ਤਕਰੀਬਨ 3-4 ਦਹਾਕਿਆਂ ਦੇ ਵਿੱਚ ਡਾਇਲੂਟ ਹੁੰਦਾ ਵੇਖਿਆ ਹੈ। ਲੇਕਿਨ 1978 ਦੇ ਵਿੱਚ ਜਦੋਂ ਅਨੰਦਪੁਰ ਸਾਹਿਬ ਦਾ ਮਤਾ ਮੰਨ ਲਿਆ ਜਾਂਦਾ ਹੈ, ਪਾਰਤ ਕਰ ਲਿਆ ਜਾਂਦਾ ਹੈ, ਲੇਕਿਨ ਹੁਣ ਇਸ ਮਤੇ, ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਨੂੰ ਮਨਵਾਏ ਜਾਣ ਲਈ ਸੰਘਰਸ਼ ਨੂੰ ਤੇਜ਼ ਕਰਨ ਦਾ ਸਮਾਂ ਹੁੰਦਾ ਹੈ। ਹਾਲਾਤ ਕੁਝ ਐਸੇ ਬਣਦੇ ਨੇ 1977 ਤੋਂ ਬਾਅਦ ਜਦੋਂ ਪ੍ਰਕਾਸ਼ ਸਿੰਘ ਬਾਦਲ ਦੀ ਮਿਨਿਸਟਰੀ ਹੁੰਦੀ ਹੈ, ਅਕਾਲੀ ਦਲ ਮਿਨਿਸਟਰੀ ਹੁੰਦੀ ਹੈ, ਉਸ ਵਕਤ ਇਹ ਸਮਝ ਵਿੱਚ ਆ ਜਾਂਦਾ ਵੀ ਹੁਣ ਇਹ ਸੰਵਿਧਾਨ ਜਿਹੜਾ ਰੀਆਰਗਨਾਈਜੇਸ਼ਨ ਐਕਟ ਦਾ 78 ਤੇ 80 ਕਲੌਜ਼ ਹੈ ਜਿਸ ਤਹਿਤ ਕਿ ਪਾਣੀਆਂ ਦੇ ਉੱਤੇ ਕੰਟਰੋਲ ਜਿਹੜਾ ਹੈ ਉਹ ਕੇਂਦਰ ਸਰਕਾਰ ਦਾ ਹੈ। ਇਹ 1966 ਦੇ ਵਿੱਚ ਤੈਅ ਹੋ ਚੁੱਕਾ ਹੈ। ਇਸ ਨੂੰ ਚੁਣੌਤੀ ਦੇਣ ਦਾ ਸਮਾਂ ਹੈ ਕਿਉਂਕਿ ਗਿਆਨੀ ਜ਼ੈਲ ਸਿੰਘ ਦੇ ਵਕਤ ਇਸ ਨੂੰ ਚੁਣੌਤੀ ਦਿੱਤੀ ਗਈ ਨਹੀਂ ਹੁੰਦੀ। 1966 ਤੋਂ ਲੈ ਕੇ 1972 ਤੱਕ 2 ਵਾਰ ਰਾਸ਼ਟਰਪਤੀ ਸ਼ਾਸਨ ਲੱਗਾ ਹੁੰਦਾ ਹੈ। ਇੰਦਰਾ ਗਾਂਧੀ ਦੀਆਂ ਸਰਕਾਰਾਂ ਨੇ, ਕੇਂਦਰ ਦੀ ਮਜ਼ਬੂਤ ਕਾਂਗਰਸ ਦੀ ਸਰਕਾਰਾਂ ਨੇ ਅਕਾਲੀ ਨੂੰ ਟਿਕਣ ਹੀ ਨਹੀਂ ਦਿੱਤਾ ਹੁੰਦਾ। ਸੋ ਹੁਣ 77 ਤੋਂ ਲੈ ਕੇ 80 ਦੇ ਦਰਮਿਆਨ ਜਦੋਂ ਸਰਕਾਰ ਚੱਲਦੀ ਹੈ ਉਸ ਵਕਤ ਇਸ ਫੈਸਲੇ ਨੂੰ ਜਾਂ ਇਸ ਰੀਆਰਗਨਾਈਜੇਸ਼ਨ ਐਕਟ ਦੇ ਵਿਵਾਦਿਤ ਕਲੌਜ਼ਸ ਨੂੰ ਚੁਣੌਤੀ ਦਿੱਤੀ ਜਾਂਦੀ ਹੈ। ਸੁਪਰੀਮ ਕੋਰਟ ਦੇ ਵਿੱਚ ਚੁਣੌਤੀ ਦਿੱਤੀ ਜਾਂਦੀ ਹੈ। ਕਿਸਾਨੀ ਜਥੇਬੰਦੀਆਂ, ਮੈਂ ਪਹਿਲਾਂ ਜ਼ਿਕਰ ਕੀਤਾ ਸੀ, ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕੇਸ ਪਾਉਂਦੀਆਂ ਨੇ। ਮਾਮਲਾ ਸੁਪਰੀਮ ਕੋਰਟ ਦੇ ਵਿੱਚ ਜਦੋਂ ਪਹੁੰਚਦਾ ਹੈ ਉਸ ਵਕਤ ਅਕਾਲੀ ਦਲ ਦੀ ਬਾਦਲ ਸਰਕਾਰ ਇਸ ਚੀਜ਼ ਦੀ ਪੈਰਵੀ ਕਰ ਰਹੀ ਹੁੰਦੀ ਹੈ ਇਹਨਾਂ ਕਲੌਜ਼ਸ ਦੇ ਖਿਲਾਫ ਤੇ ਸੰਭਾਵਨਾ ਪੂਰੀ ਹੁੰਦੀ ਹੈ ਕਿ ਇਹਨਾਂ ਕਲੌਜ਼ਸ ਨੂੰ ਨਿਰਸਤ ਕੀਤਾ ਜਾਣਾ ਹੁੰਦਾ ਹੈ
ਲੇਕਿਨ 1980 ਦੇ ਵਿੱਚ ਸੱਤਾ ਵਿੱਚ ਪਰਿਵਰਤਨ ਹੁੰਦਾ ਹੈ ਕੇਂਦਰ ਵਿੱਚ। ਇੰਦਰਾ ਗਾਂਧੀ ਦਾ 1980 ਦੇ ਵਿੱਚ ਦੁਬਾਰਾ ਪ੍ਰਧਾਨ ਮੰਤਰੀ ਬਣਨਾ ਪੰਜਾਬ ਲਈ ਇੱਕ ਬਹੁਤ ਹੀ ਨੁਕਸਾਨਦਾਇਕ ਇੱਕ ਪ੍ਰੋਪੋਜੀਸ਼ਨ ਹੁੰਦੀ ਹੈ, ਕਿਉਂਕਿ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਬਣਦਿਆਂ ਹੀ ਪਹਿਲਾਂ ਤਾਂ ਆਪਣੇ ਜਿਹੜੇ 1970-76 ਦੇ ਵਿੱਚ ਉਹਨਾਂ ਵੱਲੋਂ ਅਵਾਰਡ ਅਲੱਗ-ਅਲੱਗ ਸਮਿਆਂ ਤੇ ਦਿੱਤੇ ਗਏ ਹੁੰਦੇ ਨੇ, ਜਿਸ ਤਹਿਤ ਕਿ ਉਹਨਾਂ ਨੇ ਬਹੁਤ ਸੇ ਐਸੇ ਇਲਾਕੇ ਹੁੰਦੇ ਨੇ ਹਿੰਦੀ ਬੋਲਦੇ, ਉਸ ਨੂੰ ਹਰਿਆਣਾ ਨੂੰ ਦੇਣ ਦੀ ਗੱਲ ਕੀਤੀ ਹੁੰਦੀ ਹੈ। ਪਾਣੀ ਜਿਹੜਾ ਹੁੰਦਾ ਹੈ ਉਸ ਦਾ ਵੀ ਜਿਹੜਾ ਅਵਾਰਡ ਹੈ ਜੋ ਕਿ ਇੱਕ ਇਰਾਡੀ ਟ੍ਰਿਬਿਊਨਲ ਬਿਠਾਤਾ ਜਾਂਦਾ ਹੈ, ਇਰਾਡੀ ਟ੍ਰਿਬਿਊਨਲ ਦਾ ਜਿਹੜਾ ਅਵਾਰਡ ਹੈ ਉਹ ਵੀ 82-83 ਦੇ ਆਸ-ਪਾਸ ਉਸ ਨੂੰ ਬਿਠਾਇਆ ਜਾਂਦਾ ਤੇ ਬਾਅਦ ਦੇ ਵਿੱਚ ਉਸਨੇ ਆਣਾ ਹੁੰਦਾ। ਲੇਕਿਨ ਉਸ ਦਰਮਿਆਨ ਹੀ ਇੰਦਰਾ ਗਾਂਧੀ ਅਵਾਰਡ ਦੀ ਘੋਸ਼ਣਾ ਕਰਤੀ ਜਾਂਦੀ ਹੈ, ਜਿਸ ਤਹਿਤ ਕਿ ਪਾਣੀਆਂ ਦੀ ਵੰਡ ਹੋਣੀ ਹੁੰਦੀ ਹੈ ਤੇ ਜਿਹੜਾ ਵੀ ਪਾਣੀ ਬਣਦਾ ਹੁੰਦਾ ਹਰਿਆਣਾ ਦੇ ਹਿੱਸੇ ਦਾ, ਜੋ ਕਿ ਉਸ ਤੱਕ ਨਹੀਂ ਪਹੁੰਚ ਰਿਹਾ ਹੁੰਦਾ ਸਤਲੁਜ ਦਰਿਆ ਚੋਂ, ਉਸ ਨੂੰ SYL ਨਦੀ ਦੇ ਜ਼ਰੀਏ ਇੱਕ ਨਹਿਰ ਬਣਾ ਕੇ, ਇੱਕ ਲਿੰਕ ਨਹਿਰ ਬਣਾ ਕੇ ਹਰਿਆਣਾ ਤੱਕ ਪਹੁੰਚਾਉਣਾ ਹੁੰਦਾ। ਤੇ ਇਸ ਲਈ 1982 ਅਪ੍ਰੈਲ ਦੇ ਵਿੱਚ ਕਪੂਰੀ ਜਿਹੜਾ ਪਿੰਡ ਹੁੰਦਾ ਹਰਿਆਣਾ ਤੇ ਪੰਜਾਬ ਦੇ ਬਾਰਡਰ ਉੱਤੇ, ਉੱਥੇ ਟੱਕ ਲਾਉਣ ਲਈ, ਉੱਥੇ ਆਧਾਰਸ਼ਿਲਾ ਰੱਖਣ ਲਈ ਇੰਦਰਾ ਗਾਂਧੀ ਖੁਦ ਆਪਣੇ ਪੰਜਾਬ ਦੇ ਕਾਂਗਰਸੀ ਜਿਹੜੇ ਮਿਨਿਸਟਰ ਹੁੰਦੇ ਨੇ, ਵਜ਼ਾਰਤ ਹੁੰਦੀ ਹੈ, ਦਰਬਾਰਾ ਸਿੰਘ ਦੀ ਉਸ ਵਕਤ ਗਵਰਨਮੈਂਟ ਹੁੰਦੀ ਹੈ, ਉਹਨਾਂ ਦੇ ਨਾਲ ਪਹੁੰਚਦੇ ਨੇ। ਤਾਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਵੀ ਸਥਿਤੀ ਕੀ ਹੁੰਦੀ ਹੈ। ਇੱਕ ਪਾਸੇ ਪਾਣੀਆਂ ਨੂੰ ਲੈ ਕੇ ਸੰਘਰਸ਼ ਅਕਾਲੀ ਦਲ ਨੇ ਤੋਰਿਆ ਹੁੰਦਾ ਹੈ, ਸੁਪਰੀਮ ਕੋਰਟ ਦੇ ਵਿੱਚ ਕੇਸ ਖੜੇ ਹੁੰਦੇ ਨੇ, ਦੂਸਰੇ ਪਾਸੇ ਇੰਦਰਾ ਗਾਂਧੀ ਦਾ ਅਵਾਰਡ ਹੋ ਰਿਹਾ ਹੁੰਦਾ ਹੈ। ਇੰਦਰਾ ਗਾਂਧੀ ਖੁਦ ਟੱਕ ਲਾਉਣ ਲਈ ਕਪੂਰੀ ਪਹੁੰਚਦੀ ਹੈ ਤੇ ਉੱਥੇ ਇੱਕ ਬਹੁਤ ਵੱਡਾ ਫੰਕਸ਼ਨ ਉਸ ਦਾ ਆਯੋਜਨ ਕੀਤਾ ਜਾਂਦਾ ਹੈ। ਉੱਥੋਂ ਹੀ ਸ਼ੁਰੂਆਤ ਹੁੰਦੀ ਹੈ ਉਸ ਮੋਰਚਾ ਮੂਵਮੈਂਟ ਦੀ, ਜਿਸ ਨੇ ਕਿ ਬਾਅਦ ਦੇ ਵਿੱਚ ਜਾ ਕੇ ਧਰਮ ਯੁੱਧ ਮੋਰਚੇ ਦੀ ਸ਼ਕਲ ਲੈਣੀ ਹੁੰਦੀ ਹੈ। ਇਸ ਵਕਤ ਤੱਕ ਇਸ ਨੂੰ ਇੱਕ ਨਹਿਰ ਰੋਕੋ ਮੋਰਚਾ ਇਸ ਦਾ ਨਾਂ ਦਿੱਤਾ ਗਿਆ ਹੁੰਦਾ ਹੈ। ਕਪੂਰੀ ਦਾ ਮੋਰਚਾ ਵੀ ਇਸ ਨੂੰ ਮੋਟੇ ਤੌਰ ਤੇ ਕਿਹਾ ਜਾਂਦਾ ਹੈ। ਸੋ ਇੱਥੋਂ ਅਕਾਲੀ ਦਲ ਇਸ ਘਟਨਾਕ੍ਰਮ ਤੋਂ, ਅਪ੍ਰੈਲ 1982 ਦੇ ਇਸ ਘਟਨਾਕ੍ਰਮ ਤੋਂ ਕੁਝ ਹੀ ਹਫ਼ਤਿਆਂ ਬਾਅਦ ਇੱਥੋਂ ਆਪਣਾ ਇੱਕ ਮੋਰਚਾ ਐਲਾਨ ਕਰ ਦਿੰਦੇ ਹੈ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਇੱਕ ਬਹੁਤ ਵੱਡਾ ਜਿਹੜਾ ਮੋਰਚਾ ਕਈ ਦਿਨਾਂ ਦਾ ਹੈ, ਕਪੂਰੀ ਮੋਰਚੇ ਦੇ ਨਾਂ ਨਾਲੋਂ ਸ਼ੁਰੂ ਹੁੰਦਾ ਹੈ। ਇਹੀ ਉਹ ਸ਼ੁਰੂਆਤ ਹੁੰਦੀ ਹੈ। ਲੇਕਿਨ 1982 ਤੋਂ ਪਹਿਲਾਂ ਆਪਾਂ ਵਾਪਸ 1978 ਦੇ ਵਿੱਚ ਚੱਲਾਂਗੇ, ਕਿਉਂਕਿ ਇਹ ਮੈਂ ਤੁਹਾਨੂੰ ਦੱਸ ਦਵਾਂ ਵੀ 1954 ਦੇ ਵਿੱਚ ਜਦੋਂ ਨਹਿਰੂ ਸਰਕਾਰ ਹੁੰਦੀ ਹੈ, 1960 ਦੇ ਵਿੱਚ ਨਹਿਰੂ ਸਰਕਾਰ ਤੇ ਪੰਜਾਬ ਦੇ ਵਿੱਚ ਪ੍ਰਤਾਪ ਸਿੰਘ ਕੈਰੋਂ ਸਰਕਾਰ ਹੁੰਦੀ ਹੈ। ਇਹਨਾਂ ਦੋਹਾਂ ਵੱਲੋਂ ਗੁਰਦੁਆਰਾ ਮੂਵਮੈਂਟ ਜਾਂ ਗੁਰਦੁਆਰਿਆਂ ਦੇ ਉੱਤੇ, ਗੁਰਦੁਆਰਿਆਂ ਦੀ ਸਾਂਭ ਸੰਭਾਲ ਤੇ ਉਹਨਾਂ ਦੇ ਪ੍ਰਬੰਧ ਉੱਤੇ ਆਪਣੇ ਹੱਕ ਦੀਆਂ ਜਮਾਤਾਂ ਨੂੰ ਕਾਬਜ਼ ਕਰਨ ਦੀਆਂ ਕੋਸ਼ਿਸ਼ਾਂ ਹੁੰਦੀਆਂ ਨੇ, ਕਿਉਂਕਿ ਇਹ ਚੀਜ਼ ਸਮਝ ਆ ਚੁੱਕੀ ਹੁੰਦੀ ਹੈ ਕਾਂਗਰਸ ਦੇ ਵੀ ਅਕਾਲੀਆਂ ਦੀ ਜਿਹੜੀ ਤਾਕਤ ਹੈ ਉਹ ਗੁਰਦੁਆਰਿਆਂ ਉੱਤੇ ਕੰਟਰੋਲ ਹੈ, ਪੰਥਕ ਪਾਰਟੀ ਹੈ, ਗੁਰਦੁਆਰਿਆਂ ਉੱਤੇ ਕਬਜ਼ਾ ਹੋਣਾ ਹੀ ਇਹਨਾਂ ਦੀ ਸਭ ਤੋਂ ਵੱਡੀ ਤਾਕਤ ਹੈ। ਸੋ ਉਸ ਨੂੰ ਕਮਜ਼ੋਰ ਕਰਨ ਦੇ ਪੱਖੋਂ 1954 ਦੇ ਵਿੱਚ ਖਾਲਸਾ ਦਲ ਦੀ ਸਥਾਪਨਾ ਕੀਤੀ ਜਾਂਦੀ ਹੈ ਤੇ 1960 ਦੇ ਵਿੱਚ ਸਾਧ ਸੰਗਤ ਬੋਰਡ ਜਿਹੜਾ ਹੈ ਉਸ ਦੇ ਜ਼ਰੀਏ ਗੁਰਦੁਆਰਿਆਂ ਦੇ ਕਾਬਜ਼ ਹੋਣ ਦੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ। ਮੈਂ ਪਹਿਲਾਂ ਜ਼ਿਕਰ ਕੀਤਾ ਸੀ ਸਾਧ ਸੰਗਤ ਬੋਰਡ ਦਾ। ਮਾਸਟਰ ਤਾਰਾ ਸਿੰਘ 1960 ਦੇ ਵਿੱਚ ਇੱਕ ਬਹੁਤ ਹੀ ਕ੍ਰਿਟੀਕਲ SGPC ਇਲੈਕਸ਼ਨ ਦੇ ਵਿੱਚ ਬਹੁਤ ਵੱਡੇ ਮਾਰਜਨ ਤੋਂ ਜੇਤੂ ਰਹਿੰਦੇ ਨੇ। ਉਸ ਤੋਂ ਬਾਅਦ ਵਾਪਸ ਅਕਾਲੀ ਦਲ ਦਾ ਕਬਜ਼ਾ ਹੋ ਜਾਂਦਾ ਹੈ। ਪ੍ਰਤਾਪ ਸਿੰਘ ਕੈਰੋਂ 1964 ਦੇ ਵਿੱਚ ਲੱਥ ਜਾਂਦੇ ਨੇ, ਉਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਜਾਂਦੀ ਹੈ। ਉਸ ਏਜੰਡੇ ਨੂੰ ਪਰਸੂ ਕਰਨ ਵਾਲਾ ਬਾਅਦ ਦੇ ਵਿੱਚ ਕੋਈ ਰਹਿੰਦਾ ਨਹੀਂ ਹੈ। ਤਕਰੀਬਨ 64 ਤੋਂ ਲੈ ਕੇ ਮਿਡ 70s ਜਾਂ ਈਵਨ 80s ਤੱਕ। ਲੇਕਿਨ ਮਿਡ 70s ਦੇ ਵਿੱਚ ਇੰਦਰਾ ਗਾਂਧੀ ਜਿਹੜੇ ਹੁੰਦੇ ਨੇ ਉਹਨਾਂ ਵੱਲੋਂ ਕੋਸ਼ਿਸ਼ਾਂ ਸ਼ੁਰੂ ਹੁੰਦੀਆਂ ਨੇ, ਕਿਉਂਕਿ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਿਸਟਮ ਵੇਖ ਕੇ ਪਹਿਲਾਂ ਉਹਨਾਂ ਵੱਲੋਂ ਦਿੱਲੀ ਗੁਰਦੁਆਰਾ ਇੱਕ ਮੈਂ ਅਲੱਗ ਰਿਪੋਰਟ ਦੇ ਵਿੱਚ ਜਿਸ ਵਿੱਚ ਮੈਂ ਜ਼ਿਕਰ ਕੀਤਾ ਸੀ ਕਿਵੇਂ ਜਥੇਦਾਰ ਸੰਤੋਖ ਸਿੰਘ ਉਹਨਾਂ ਦੀ ਜਿਹੜੀ ਹੱਤਿਆ ਹੁੰਦੀ ਹੈ ਉਹ ਪੂਰਾ ਜਿਹੜਾ ਘਟਨਾਕਾਂਡ ਕੀ ਸੀ। ਸੋ ਜਥੇਦਾਰ ਸੰਤੋਖ ਸਿੰਘ ਦੇ ਸ਼ਕਲ ਦੇ ਵਿੱਚ ਕਾਂਗਰਸ ਸਰਕਾਰ ਨੂੰ, ਕੇਂਦਰ ਦੀ ਸਰਕਾਰ ਨੂੰ ਇੱਕ ਐਸਾ ਮੋਹਰਾ ਮਿਲ ਚੁੱਕਿਆ ਹੁੰਦਾ ਜਿਸ ਦੇ ਮੋਢੇ ਉੱਤੇ ਰੱਖ ਕੇ ਬੰਦੂਕ ਚਲਾਈ ਜਾ ਸਕਦੀ ਹੈ। ਸੋ ਕੋਸ਼ਿਸ਼ਾਂ ਹੁੰਦੀਆਂ ਨੇ ਵੀ ਜਥੇਦਾਰ ਸੰਤੋਖ ਸਿੰਘ ਜਿਨ੍ਹਾਂ ਦੀ ਪਹਿਲਾਂ ਮੁਖਾਲਫਤ ਕਾਂਗਰਸ ਤੇ ਇੰਦਰਾ ਗਾਂਧੀ ਸਰਕਾਰ ਨੇ ਕੀਤੀ ਹੁੰਦੀ ਹੈ, ਬਾਅਦ ਦੇ ਵਿੱਚ ਹਾਲਾਤ ਐਸੇ ਬਣਦੇ ਨੇ ਵੀ ਜਥੇਦਾਰ ਸੰਤੋਖ ਸਿੰਘ ਦੇ ਹੀ ਚੱਕਰ ਦੇ ਵਿੱਚ ਉਹਨਾਂ ਦੀ ਜਿਹੜੀ ਐਲੀਜੀਬਿਲਿਟੀ ਹੁੰਦੀ ਹੈ ਵੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਪ੍ਰਧਾਨ, ਉਸਦੀ ਘੱਟੋ ਘੱਟ ਜਿਹੜੀ ਕੁਆਲੀਫਿਕੇਸ਼ਨ ਇੱਕ ਮੈਟ੍ਰਿਕ ਜਾਂ ਗਿਆਨੀ ਪਾਸ ਹੋਣੀ ਚਾਹੀਦੀ ਹੈ, ਉਹ ਕੁਆਲੀਫਿਕੇਸ਼ਨ ਨੂੰ ਡਾਇਲੂਟ ਕਰਤਾ ਜਾਂਦਾ ਹੈ। ਉਹ ਜਿਹੜਾ ਸੈਕਸ਼ਨ 3 ਹੁੰਦਾ ਹੈ ਦਿੱਲੀ ਗੁਰਦੁਆਰਾ ਮੈਨੇਜਮੈਂਟ ਐਕਟ ਦਾ, ਉਸ ਦੇ ਵਿੱਚ ਤਰਮੀਮ ਕਰਕੇ ਬਾਅਦ ਦੇ ਵਿੱਚ ਇੱਕ ਰਸਤਾ ਪੱਧਰਾ ਕਰਤਾ ਜਾਂਦਾ ਤਾਂ ਕਿ ਜਥੇਦਾਰ ਸੰਤੋਖ ਸਿੰਘ ਨੂੰ ਹੀ ਜਥੇਦਾਰ ਜਾਂ DSGMC ਦਾ ਪ੍ਰਧਾਨ ਜਿਹੜਾ ਹੈ ਥਾਪਿਆ ਜਾ ਸਕੇ। ਸੋ ਰਿਲੇਸ਼ਨਸ਼ਿਪ ਹੁੰਦੇ ਨੇ, ਪਹਿਲਾਂ ਖਰਾਬ ਹੁੰਦੇ ਨੇ, ਬਾਅਦ ਦੇ ਵਿੱਚ ਜਥੇਦਾਰ ਸੰਤੋਖ ਸਿੰਘ ਨਾਲ ਠੀਕ ਹੋ ਜਾਂਦੇ ਨੇ। ਉਸ ਤੋਂ ਬਾਅਦ ਜਥੇਦਾਰ ਸੰਤੋਖ ਸਿੰਘ ਨੂੰ ਕਾਫੀ ਹੱਦ ਤੱਕ ਕਾਂਗਰਸ ਤੇ ਇੰਦਰਾ ਗਾਂਧੀ ਸਰਕਾਰ ਵਰਤਣ ਦੀਆਂ ਕੋਸ਼ਿਸ਼ਾਂ ਕਰਦੇ ਨੇ। ਉਹਨਾਂ ਦੇ ਜ਼ਰੀਏ ਬਹੁਤ ਸੀ ਗੱਲਾਂ ਬਾਤਾਂ ਉਸ ਲੀਡਰਸ਼ਿਪ ਨਾਲ ਹੁੰਦੀਆਂ ਵੀ ਨੇ, ਜਿਸ ਵਿੱਚ ਕਿ ਸੰਤ ਜਰਨੈਲ ਸਿੰਘ ਭਿੰਡਰਾਵਾਲਾ ਜੋ ਕਿ 1977 ਦੇ ਵਿੱਚ ਦਮਦਮੀ ਟਕਸਾਲ ਦੇ 14ਵੇਂ ਮੁਖੀ ਵਜੋਂ ਥਾਪੇ ਜਾਂਦੇ ਹੈਗੇ ਨੇ। ਸੰਤ ਕਰਤਾਰ ਸਿੰਘ ਭਿੰਡਰਾਵਾਲਾ ਉਹਨਾਂ ਦੀ ਮੌਤ ਤੋਂ ਬਾਅਦ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੁੰਦੀ ਹੈ ਤੇ ਦਮਦਮੀ ਟਕਸਾਲ ਉਹ ਜਥੇਬੰਦੀ ਹੁੰਦੀ ਹੈ ਜੋ ਕਿ ਇਸ ਵਕਤ ਤੱਕ ਨਿਰੰਕਾਰੀ ਜਿਹੜਾ ਸੰਪਰਦਾ ਹੁੰਦੀ ਹੈ ਜਾਂ ਸਮਾਜ ਹੁੰਦਾ ਉਸ ਦੇ ਨਾਲ ਟਕਰਾਅ ਵਿੱਚ ਆ ਚੁੱਕੀ ਹੁੰਦੀ ਹੈ। ਸੋ ਇੱਕ ਪਾਸੇ ਦਮਦਮੀ ਟਕਸਾਲ ਤੇ ਅਖੰਡ ਕੀਰਤਨੀ ਜਥੇ ਵਰਗੀ ਜਥੇਬੰਦੀਆਂ ਹੁੰਦੀਆਂ ਨੇ ਜੋ ਕਿ ਨਿਰੰਕਾਰੀਆਂ ਦਾ ਵਿਰੋਧ ਕਰ ਰਹੀਆਂ ਹੁੰਦੀਆਂ ਨੇ। ਇਸ ਤਰੀਕੇ ਦੀ ਜਿਹੜੀ ਮੈਨੂਵਰਿੰਗ ਜਾਂ ਘਟਨਾਕ੍ਰਮ ਇੱਕ ਧਾਰਮਿਕ ਫਰੰਟ ਉੱਤੇ ਚੱਲਦਾ ਪਿਆ ਹੁੰਦਾ ਹੈ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ 1977 ਵਿੱਚ ਦਮਦਮੀ ਟਕਸਾਲ ਦੇ ਮੁਖੀ ਬਣਨ ਤੋਂ ਬਾਅਦ ਉਹਨਾਂ ਦਾ ਉਭਾਰ ਹੁੰਦਾ ਹੈ ਇੱਕ ਬਹੁਤ ਹੀ युवा ਤੇ ਬਹੁਤ ਹੀ ਤਿੱਖਾ ਬੋਲਣ ਵਾਲੇ ਲੀਡਰ ਵਜੋਂ ਉਹਨਾਂ ਦਾ ਉਭਾਰ ਹੁੰਦਾ ਤੇ 13 ਅਪ੍ਰੈਲ 1978 ਦਾ ਉਹ ਸਾਕਾ ਉਹ ਘਟਨਾਕ੍ਰਮ ਜਿਸ ਵਿੱਚ ਕੀ ਮੌਤਾਂ ਹੁੰਦੇ ਨੇ ਨਿਰੰਕਾਰੀ ਕਾਂਡ ਪਹਿਲਾਂ ਉਸ ਉੱਤੇ ਇੱਕ ਰਿਪੋਰਟ ਬਣ ਚੁੱਕੀ ਹੈ ਉਹ ਇੱਕ ਕਲੈਸ਼ ਪਾਰਟ ਹੁੰਦਾ ਜਿੱਥੋਂ ਕਿ ਪੰਜਾਬ ਦੇ ਹਾਲਾਤ ਵਿਗੜਨੇ ਸ਼ੁਰੂ ਹੁੰਦੇ ਨੇ ਤਾਂ ਤਕਰੀਬਨ ਇਹੀ ਕੋਸ਼ਿਸ਼ਾਂ ਹੁੰਦੀਆਂ ਨੇ ਜਿਸ ਦੌਰਾਨ ਕੇਂਦਰ ਦੀ ਇੰਦਰਾ ਗਾਂਧੀ ਦੀ ਕਾਂਗਰਸ ਪਾਰਟੀ ਦੀ ਜਿਹੜੀ ਸਰਕਾਰ ਹੁੰਦੀ ਹੈ ਉਸ ਦੀ ਕੋਸ਼ਿਸ਼ ਇਹ ਹੁੰਦੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਤਾਕਤਾਂ ਨੂੰ ਵੀ ਮਜ਼ਬੂਤ ਕੀਤਾ ਜਾਵੇ ਜਿਸ ਵਿੱਚ ਕਿ ਕਾਫੀ ਪ੍ਰਿਵਿਲੇजेस ਜਿਹੜੀਆਂ ਹੈ ਉਹ ਨਿਰੰਕਾਰੀ ਜਿਹੜੇ ਸੰਪਰਦਾ ਦੇ ਮੁਖੀ ਹੁੰਦੇ ਨੇ ਬਾਬਾ ਗੁਰਬਚਨ ਸਿੰਘ ਹੁੰਦੇ ਨੇ ਉਹਨਾਂ ਨੂੰ ਦਿੱਤੀਆਂ ਜਾਂਦੀਆਂ ਨੇ ਸੋ ਨਿਰੰਕਾਰੀ ਨੂੰ ਕਾਫੀ ਹੱਦ ਤੱਕ ਕੇਂਦਰ ਸਰਕਾਰ ਦੀ ਸ਼ੈ ਮਿਲ ਰਹੀ ਹੁੰਦੀ ਹੈ ਸਿੱਖ ਲੀਡਰਸ਼ਿਪ ਜਾਂ ਅਕਾਲੀ ਲੀਡਰਸ਼ਿਪ ਨੂੰ ਕਿਤੇ ਨਾ ਕਿਤੇ ਖੁੰਝੇ ਤੇ ਲਾਉਣ ਦੀਆਂ ਕੋਸ਼ਿਸ਼ਾਂ ਇੰਦਰਾ ਗਾਂਧੀ ਜਾਂ ਉਸ ਦੀ ਜਿਹੜਾ ਥਿੰਕ ਟੈਂਕ ਹੁੰਦਾ ਉਸ ਦੇ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਹੁੰਦੀਆਂ ਨੇ ਹਰ ਢੰਗ ਤਰੀਕਾ ਅਪਣਾਇਆ ਜਾ ਰਿਹਾ ਹੁੰਦਾ ਤੇ ਇਸੇ ਮਾਹੌਲ ਦੇ ਵਿੱਚ ਕਿਤੇ ਨਾ ਕਿਤੇ ਇੰਦਰਾ ਗਾਂਧੀ ਜਾਂ ਕਾਂਗਰਸ ਲੀਡਰਸ਼ਿਪ ਨੂੰ ਇਹ ਵੀ ਸਮਝ ਵਿੱਚ ਆਉਂਦਾ ਵੀ ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜੋ ਕਿ ਉੱਭਰ ਰਹੇ ਹੈਗੇ ਨੇ ਉਹ ਇੱਕ ਮਜ਼ਬੂਤ ਚੋਟ ਜਾਂ ਇੱਕ ਟੱਕਰ ਦੇ ਸਕਦੇ ਹੈਗੇ ਨੇ ਅਕਾਲੀ ਦਲ ਨੂੰ ਕਿਉਂਕਿ ਮੇਨ ਮਕਸਦ ਕਾਂਗਰਸ ਦਾ ਅਕਾਲੀ ਦਲ ਨੂੰ ਡਾਊਨ ਕਰਨਾ ਹੁੰਦਾ ਹੈ ਇਸ ਚੱਕਰ ਦੇ ਵਿੱਚ ਸ਼ੁਰੂਆਤੀ ਫੇਜ਼ ਦੇ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਨੂੰ ਕਾਫੀ ਹੱਦ ਤੱਕ ਕਾਂਗਰਸ ਵੱਲੋਂ ਇੱਕ ਸਪੋਰਟ ਵੀ ਮਿਲਦੀ ਹੈ ਤੇ ਉਹਨਾਂ ਦੀ ਮੂਵਮੈਂਟ ਗਤੀਵਿਧੀਆਂ ਉੱਤੇ ਕੋਈ ਵੀ ਅੰਕੁਸ਼ ਨਹੀਂ ਲੱਗਦਾ ਇੱਕ ਇਸ ਦਾ ਦੂਸਰਾ ਵੱਡਾ ਕਾਰਨ ਇਹ ਵੀ ਹੁੰਦਾ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਦੇ ਸ਼ੁਰੂਆਤੀ ਫੇਜ਼ ਦੇ ਵਿੱਚ ਉਹ ਜਿਸ ਤਰੀਕੇ ਨਾਲ ਉੱਭਰਦੇ ਨੇ ਉਹਨਾਂ ਨੂੰ ਰੋਕਣ ਟੋਕਣ ਵਾਲਾ ਕੋਈ ਨਹੀਂ ਹੁੰਦਾ ਉਹਨਾਂ ਦੇ ਬਹੁਤ ਥਾਵਾਂ ਉੱਤੇ ਜਦੋਂ ਵਿਵਾਦ ਝਗੜੇ ਹੋ ਚੁੱਕੇ ਹੁੰਦੇ ਨੇ ਉਸ ਵਕਤ ਬਹੁਤ ਸੇ ਕੇਸਿਸ ਦੇ ਵਿੱਚ ਉਹਨਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਸੇਫ ਪੈਸੇਜ ਉਹਨਾਂ ਨੂੰ ਅਲੱਗ-ਅਲੱਗ ਥਾਵਾਂ ਤੇ ਬੰਬੇ ਤੋਂ ਲੈ ਕੇ ਹਰਿਆਣਾ ਤੋਂ ਦਿੱਤੇ ਜਾਂਦੇ ਨੇ ਉਸ ਵਿੱਚ ਪੰਜਾਬ ਦੇ ਮੁੱਖ ਮੰਤਰੀ ਦਰਬਾਰਾ ਸਿੰਘ ਤੇ ਦੂਸਰੇ ਪਾਸੇ ਗਿਆਨੀ ਜ਼ੈਲ ਸਿੰਘ ਦੇਸ਼ ਦੇ ਗ੍ਰਹਿ ਮੰਤਰੀ ਇਹ ਦੋਵਾਂ ਦਾ ਜਿਹੜਾ ਆਪਸੀ ਟਕਰਾਅ ਹੁੰਦਾ ਹੈ ਉਹ ਬਹੁਤ ਵੱਡਾ ਕਾਰਨ ਹੁੰਦਾ ਜਿਸ ਕਾਰਨ ਕਿ ਪੰਜਾਬ ਦੇ ਵਿੱਚ ਤੇ ਕੌਮੀ ਪੱਧਰ ਉੱਤੇ ਇੱਕ ਦੂਸਰੇ ਨੂੰ ਕੱਟਣ ਦੀ ਕੋਸ਼ਿਸ਼ ਇਹ ਦੋਵੇਂ ਪੰਜਾਬ ਦੇ ਆਗੂ ਲਗਾਤਾਰ ਕਰਦੇ ਰਹੇ ਹੁੰਦੇ ਨੇ ਵਨ ਅਪਮੈਨਸ਼ਿਪ ਦੀ ਚੱਕਰ ਹੁੰਦਾ ਇੱਕ ਦੂਸਰੇ ਨੂੰ ਨੀਵਾਂ ਦਿਖਾਉਣ ਜਾਂ ਇੱਕ ਦੂਸਰੇ ਦੀਆਂ ਜੜ੍ਹਾਂ ਕੱਟਣ ਦੇ ਚੱਕਰ ਦੇ ਵਿੱਚ ਗਿਆਨੀ ਜ਼ੈਲ ਸਿੰਘ ਕਾਫੀ ਹੱਦ ਤੱਕ ਜਿਹੜੀ ਇੱਕ ਅੰਦਰਲੇ ਖਾਤੇ ਕੁਝ ਸਪੋਰਟ ਹੁੰਦੀ ਹੈ ਕੁਝ ਇੰਟੈਲੀਜੈਂਸ ਦੀ ਇਨਫੋਰਮੇਸ਼ਨ ਦੀ ਸ਼ੇਅਰਿੰਗ ਹੁੰਦੀ ਹੈ ਉਹ ਲਗਾਤਾਰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਤੱਕ ਪਹੁੰਚਾਉਂਦੇ ਰਹਿੰਦੇ ਨੇ ਕਈ ਹੋਰ ਸੂਤਰਾਂ ਤੋਂ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੁੰਦੀ ਹੈ ਦਰਬਾਰਾ ਸਿੰਘ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਟਕਰਾਅ ਜਿਹੜਾ ਹੈ ਉਹ ਲਗਾਤਾਰ ਵੇਖਣ ਵਿੱਚ ਮਿਲ ਰਿਹਾ ਹੁੰਦਾ ਤੇ ਦੋਵੇਂ ਇੱਕ ਦੂਸਰੇ ਤੇ ਜਿਹੜੇ ਬਹੁਤ ਗਹਿਰੇ ਦੁਸ਼ਮਣ ਬਣ ਚੁੱਕੇ ਹੁੰਦੇ ਨੇ ਅਜਿਹੀ ਸਥਿਤੀ ਵਿੱਚ ਗਿਆਨੀ ਜ਼ੈਲ ਸਿੰਘ ਨੂੰ ਪੰਜਾਬ ਦੀ ਵਿਗੜ ਰਹੀ ਇਸ ਸਥਿਤੀ ਦੇ ਵਿੱਚ ਆਪਣਾ ਸਿਆਸੀ ਮੁਫਾਦ ਜਾਂ ਫਿਰ ਕੇਂਦਰ ਨੂੰ ਇਹ ਸਮਝਾਉਣ ਦਾ ਇੱਕ ਮੌਕਾ ਮਿਲ ਰਿਹਾ ਹੁੰਦਾ ਵੀ ਦਰਬਾਰਾ ਸਿੰਘ ਤੋਂ ਪੰਜਾਬ ਦੇ ਵਿੱਚ ਸਰਕਾਰ ਨਹੀਂ ਚੱਲ ਰਹੀ ਉਹ ਸਰਕਾਰ ਜੋ ਕਿ ਉਹ 72 ਤੋਂ 77 ਤੱਕ ਬਹੁਤ ਹੀ ਆਸਾਨੀ ਦੇ ਨਾਲ ਚਲਾਉਣ ਵਿੱਚ ਕਾਮਯਾਬ ਰਹੇ ਸਨ ਦੂਸਰੇ ਪਾਸੇ ਦਰਬਾਰਾ ਸਿੰਘ ਵੀ ਹਰ ਮੌਕਾ ਚੂਕ ਨਹੀਂ ਰਹੇ ਹੁੰਦੇ ਉਹ ਵੀ ਹਰ ਮੌਕਾ ਤਲਾਸ਼ ਰਹੇ ਹੁੰਦੇ ਨੇ ਗਿਆਨੀ ਜ਼ੈਲ ਸਿੰਘ ਦੇ ਖਿਲਾਫ ਜਸਟਿਸ ਗੁਰਨਾਮ ਸਿੰਘ ਕਮਿਸ਼ਨ ਤੋਂ ਰਿਪੋਰਟ ਜੋ ਕਿ ਉਹਨਾਂ ਦੀ ਭ੍ਰਸ਼ਟਾਚਾਰ ਜਾਂ ਉਹਨਾਂ ਦੀ ਕੁਝ ਐਸੀਆਂ ਨਿਯੁਕਤੀਆਂ ਕੀਤੀਆਂ ਗਈਆਂ ਹੁੰਦੀਆਂ ਨੇ ਜੋ ਵਿਵਾਦਿਤ ਹੁੰਦੀਆਂ ਨੇ ਵਧੀਕੀਆਂ ਜਿਹੜੀਆਂ ਕਿ ਐਮਰਜੈਂਸੀ ਦੇ ਦੌਰ ਤੇ ਉਹਨਾਂ ਦੇ ਕਾਰਜਕਾਲ ਦੌਰਾਨ ਗਿਆਨੀ ਜ਼ੈਲ ਸਿੰਘ ਦੇ ਹੋਈਆਂ ਹੁੰਦੀਆਂ ਨੇ ਉਹਨਾਂ ਸੰਬੰਧੀ ਰਿਪੋਰਟ ਉਹਨਾਂ ਨੇ ਵਿਧਾਨ ਸਭਾ 'ਚ ਪੇਸ਼ ਕਰਤੀ ਹੁੰਦੀ ਹੈ ਸੋ ਇਹ ਦੋਵੇਂ ਵੱਡੇ ਕਾਂਗਰਸੀ ਆਗੂਆਂ ਦਾ ਦਰਬਾਰਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਦਾ ਟਕਰਾਅ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਜਿਸ ਕਾਰਨ ਕਿ ਹੇਠਲੇ ਪੱਧਰ ਤੇ ਜਿਹੜੀ ਸਥਿਤੀ ਹੈ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦਾ ਉਭਾਰ ਤੇ ਉਸ ਤੋਂ ਬਾਅਦ ਉਹਨਾਂ ਨੂੰ ਕਈ ਥਾਵਾਂ ਤੇ ਬਚਾਇਆ ਜਾਣਾ ਉਹਨਾਂ ਨੂੰ ਉਸ ਤਰੀਕੇ ਨਾਲ ਰੋਕਿਆ ਨਾ ਜਾਣਾ ਇਹ ਸਾਰੀ ਚੀਜ਼ਾਂ ਇੱਕ ਵੱਡੀ ਪੋਲਿਟਿਕਸ ਕੌਮੀ ਪੱਧਰ ਤੇ ਜਿਹੜੀ ਕਾਂਗਰਸ ਦੀ ਪੋਲਿਟਿਕਸ ਹੁੰਦੀ ਹੈ ਜਿਸ ਤਹਿਤ ਕਿ ਕਿਤੇ ਨਾ ਕਿਤੇ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਤੋਂ ਪਹਿਲਾਂ ਸੰਤ ਹਰਚਰਨ ਸਿੰਘ ਲੌਂਗੋਵਾਲ ਅਜਿਹੇ ਲੀਡਰਾਂ ਨੂੰ ਡਾਊਨ ਕਰਨ ਦੀ ਇੱਕ ਕੋਸ਼ਿਸ਼ ਵਜੋਂ ਹੁੰਦੀ ਹੈ ਸੋ ਇਸ ਪੂਰੀ ਉਧੇੜ ਬੁੰਦ ਦੇ ਵਿੱਚ ਪੰਜਾਬ ਦਾ ਜਿਹੜਾ ਮਾਹੌਲ ਹੁੰਦਾ ਹੈ ਉਹ ਨਿਰੰਕਾਰੀ ਕਾਂਡ ਤੋਂ ਬਾਅਦ ਇੱਕ ਦੂਸਰੇ ਪਾਸੇ ਤੁਰਨਾ ਸ਼ੁਰੂ ਹੋ ਚੁੱਕਾ ਹੁੰਦਾ ਹੈ ਕਿਉਂਕਿ ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਉਹਨਾਂ ਤੋਂ ਵੀ ਐਗਰੈਸਿਵ ਅਖੰਡ ਕੀਰਤਨੀ ਜਥੇਬੰਦੀ ਆ ਚੁੱਕੀ ਹੁੰਦੀ ਹੈ ਅਖੰਡ ਕੀਰਤਨੀ ਜੱਥਾ ਜੋ ਕਿ ਲਗਾਤਾਰ ਨਿਰੰਕਾਰੀ ਆਗੂਆਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਚੁੱਕਾ ਹੁੰਦਾ ਹੈ ਇੱਕ ਮੂਵਮੈਂਟ ਸ਼ੁਰੂ ਹੋ ਚੁੱਕੀ ਹੁੰਦੀ ਹੈ ਤੇ 1980 ਤੋਂ ਲੈ ਕੇ 83 84 ਤੱਕ ਜੋ ਕਤਲੋਗਾਰਤ ਪੰਜਾਬ ਵਿੱਚ ਹੁੰਦੀ ਹੈ ਉਸ ਤਹਿਤ ਬਹੁਤ ਵੱਡਾ ਨਿਸ਼ਾਨਾ ਜਿਹੜਾ ਹੁੰਦਾ ਹੈ ਉਹ ਨਿਰੰਕਾਰੀ ਸਮਰਥਕ ਹੁੰਦੇ ਨੇ ਉਹ ਲੀਡਰ ਉਹ ਆਗੂ ਉਹ ਅਫਸਰ ਜਾਂ ਫਿਰ ਨਾਰਮਲ ਜਿਹੇ ਲੋਕ ਜੋ ਕਿ ਨਿਰੰਕਾਰੀ ਮੂਵਮੈਂਟ ਦੇ ਵਿੱਚ ਜਾਂ ਨਿਰੰਕਾਰੀ ਸਮਾਜ ਦਾ ਹਿੱਸਾ ਹੁੰਦੇ ਨੇ ਉਹਨਾਂ ਨੂੰ ਨਿਸ਼ਾਨੇ ਤੇ ਲੈ ਜਾਣ ਦਾ ਸਿਲਸਿਲਾ ਜਿਹੜਾ ਹੈ ਉਹ ਅਖੰਡ ਕੀਰਤਨੀ ਜੱਥੇ ਵੱਲੋਂ ਸ਼ੁਰੂ ਹੁੰਦਾ ਹੈ ਇਹੀ ਉਹ ਸਮਾਂ ਹੁੰਦਾ ਜਦੋਂ ਕਿ ਪੰਜਾਬ ਦਾ ਇੱਕ ਮਾਹੌਲ ਹੈ ਉਸ ਨੂੰ ਕਾਫੀ ਫਿਰਕੂ ਰੰਗਤ ਦਿੱਤੀ ਜਾਂਦੀ ਹੈ ਅਜਿਹੇ ਹਾਲਾਤਾਂ ਵਿੱਚ ਲਾਲਾ ਜਗਤ ਨਾਰਾਇਣ ਵਰਗੇ ਲੀਡਰ ਵੀ ਆਪਣਾ ਰੋਲ ਅਦਾ ਕਰ ਰਹੇ ਹੁੰਦੇ ਨੇ ਨਿਰੰਕਾਰੀ ਕਾਂਡ ਦੇ ਵਿੱਚ ਆਪਣੀ ਗਵਾਹੀ ਦੇਣ ਤੋਂ ਲੈ ਕੇ ਹਰ ਉਹ ਬਿਆਨ ਦੇਣ ਤੱਕ ਹਰ ਉਹ ਤਿੱਖਾ ਬਿਆਨ ਦੇਣ ਤੱਕ ਜਿਨ੍ਹਾਂ ਨੂੰ ਕਿ ਸਮਾਜ ਦੇ ਵਿੱਚ ਭਾਈਚਾਰਕ ਸਾਂਝ ਨੂੰ ਵਿਗਾੜਨ ਵਾਲੇ ਬਿਆਨ ਵੀ ਸਮਝਿਆ ਜਾ ਸਕਦਾ ਹੈ ਠੀਕ ਉਸੇ ਤਰੀਕੇ ਦੇ ਬਿਆਨ ਜੋ ਕਿ ਦੂਸਰੇ ਪਾਸੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਜਾਂ ਫਿਰ ਹੋਰ ਕੁਝ ਜਿਹੜੇ ਗਰਮ ਖਿਆਲੀ ਆਗੂ ਹੁੰਦੇ ਨੇ ਉਹਨਾਂ ਵੱਲੋਂ ਆ ਰਹੇ ਹੁੰਦੇ ਨੇ ਸੋ ਹਾਲਾਤ ਜਿਹੜੇ ਪੰਜਾਬ ਦੇ ਹੁੰਦੇ ਨੇ ਉਹ ਇੱਕ
ऐसे मूवमेंट तो एक ऐसी मुहिम तो जो कि पंजाबी सूबे की मूवमेंट सी, जो कि पंजाबी बोलते इलाकों की चंडीगढ़ हासिल करने की संघी ढांचे ज्यादा फैडरल अख्तियारों हासिल करने की मूवमेंट सी, उस वालों एक फिरकू रंगत लेना शुरू कर चुकी होंगी है। 78 तो लैके 1982-83 का एक ऐसा माहौल बन जाता है जदों की माड़ी लीडरशिप, माड़ी पंजाब की लीडरशिप जिसदे विच की पंजाब की कांग्रेस की दरबारा सिंह ज्ञानी जैल सिंह की मिनिस्ट्री, इस दे नाल ही केंद्र दे विच इंदिरा गांधी के अपने मुफाद, हर वो कोशिश जिसके तहत कि पंजाब के नाल वधीकी हुई या फिर जिन्ने भी अवार्ड या जिन्ने भी सहूलतां मिलनियां सी उन्हां दौरां दे विच हरियाणा नूं मिलदियां ने। भजन लाल जिहड़ा कि मुख मंत्री हुंदे ने हरियाणा दे, उन्हां दी फेवर उन्हां दे पक्ष दे विच ज्यादा केंद्र सरकार या इंदिरा गांधी भुगतदे ने। ये सारियां चीजां मिलके एक ऐसा हालात, एक ऐसा माहौल पैदा कर दिंदियां ने जिस तो बाद की शुरुआत होनी हुंदी है धर्म युद्ध मोर्चे की। इस धर्म युद्ध मोर्चे के उत्ते गलबात आपां अपनी अगली रिपोर्ट दे विच कर लांगे क्योंकि एक लंबा चौड़ा मोर्चा है। इस तहत भी बहुत सी गल्लां बातां ने किवें इसदी शुरुआत हुंदी है, डीआईजी अटवाल नूं किवें मारिया गया हुंदा है, उन्हां दी मौत दे नाल जुड़िया हुआ एक बहुत बड़ा घटनाक्रम हुंदा है क्योंकि उस घटनाक्रम तो बाद ही एक व्योंतबंदी शुरू होती है तो पंजाब का माहौल एक दूसरे पासे तुर ही रहा होंदा है। लेकिन उस तो बाद साका नीला तारा जिहड़ा वड्डा ऑपरेशन होना होंदा है उसकी बुनियाद उत्थों बननी शुरू हुई होंदी है। सो उस रिपोर्ट दे विच इसकी गल करांगे। लेकिन तुसीं समझ पाए हो कि 1966 तो बाद पंजाब की रीऑर्गेनाइजेशन तो बाद कांग्रेस केंद्र की हाकम सरकारां दी माड़ी नीयत ते अकाली सरकारां नूं टिकण ना देना, ये जिहड़ी मानसिकता लैके कांग्रेस ने कई दहाके काम किया ते इसी चक्कर दे विच पंजाब नूं एक बलदी च एक पट्ठी च झोंक दिता, जिस तो बाद कि पंजाब उस तो उभर नहीं पाया। लेकिन आनंदपुर साहब का मता अज सिर्फ पंजाब या पंजाबीयत या किसी उत्तर भारत के सूबे या राज दे नाल जुड़िया है, उसकी मंगां दे नाल, खेतरी मंगां दे नाल जुड़िया हुआ मुद्दा नहीं है, बल्कि अज का पूरे देश का यह मुद्दा है। उस वक्त भी तमिलनाडु या मद्रास वर्गे जिहड़े सूबे स्टेटां होया करदियां सन, उन्हां विच भी इस तरीके की मूवमेंट चलिया करदी सी। लेकिन पंजाब दे विच इसनूं वखवाद दे नाल जोड़ के वेख लिया गया ते हालात कुछ बने भी ऐसे पंजाब दे विच जिहड़ी मूवमेंट तुरी वो कुछ एडी वायलेंट मूवमेंट सी जिस तो बाद की इसनूं खाड़कूवाद या वखवाद तो अलग ही नहीं किया जा सकिया। लेकिन आनंदपुर साहब का मता या रेजोल्यूशन अज उस फेडरल स्ट्रक्चर या संघी ढांचे की गल करन या उसनूं परिभाषित करन वाला वो इंस्ट्रूमेंट है जो कि अज पूरे देश लिए लुड़िंदा है, देश के हर सूबे लिए जो कि अज तरसदा पिया है, जिस को अज अपने अख्तियार नहीं, जिस को अपने वित्तीय अख्तियार नहीं, टैक्स लाने के अख्तियार नहीं, टैक्स कलैक्ट करने के अख्तियार नहीं, उन्होंने खर्च करने के अख्तियार नहीं, केंद्रीय ग्रांटां केंद्र सरकार की रहमो करन दे उत्ते जिहड़ियां सरकारां हुण अपने बनदे हक्कां नूं, अपने बनदे टैक्सां नूं हुण उन्हां खैरातां रूपी ग्रांटां दे विच हासिल करन दे विच मजबूर ने। उन्हां सारे सूबਿਆਂ ਲਈ आनंदपुर साहब मते वर्गे रेजोल्यूशन एक बहुत ही अहम इंस्ट्रूमेंट हो सकते हैं समझण लई, विचारन लई, क्योंकि अमेरिका वर्गे असल दे विच जिहड़े संघ या फैडरल मुल्क ने उत्थों सानू समझ विच आंदा है जिथों कल्ले न्यूयॉर्क स्टेट वर्गा एक सूबा लोड़ पैण ते पूरी फैडरल सरकार दे उत्ते जिहड़ा फाइनैंशियल क्रंच आंदा है उस दे विच उसदी मदद करदा है। यह हुंदी है पावर फैडरलिज्म की, जिसनूं भारत ने सिर्फ स्पिरिट दे विच उसदी गलबात संविधान विच कीती, लेकिन प्रैक्टिकैलिटी दे विच एक फैडरल कैरेक्टर तो साडा पूरा संविधान, साडे पूरे देश की पॉलिटी दा कैरेक्टर जिहड़ा है वो एक यूनिटरी कैरेक्टर बन चुका है। सो आनंदपुर साहब का मता एक ऐसा इंस्ट्रूमेंट है जो कि फैडरलिज्म के ढांचे उत्ते पहरा देने की गल करता है। ये एक वखवाद का, एक सैपरेटिस्ट भावना नूं फैलाउण दा इंस्ट्रूमेंट नहीं है। इस चीज नूं समझण दे विच बहुत साल दहाके लगे, लेकिन देश नूं आहिस्ता आहिस्ता समझ आ रहा है कि वो गलबात जो कि 1973 ते 1978 विच पास हुए इस मते दे विच कीती गई सी, वो इस मते दे पास होने तो 50-45 साल बाद किन्नी रेलेवेंट, किन्नी तर्कसंगत होनी सी। अज आप उस चीज नूं महसूस कर रहे हैं जदों कि साडे सारे दे सारे टैक्सेशन है एक जीएसटी की शक्ल विच सेंट्रलाइज होकर रह चुके हैं। हर चीज के उत्ते सानू केंद्र सरकार का मुंह वेखना पैंदा है, हर सूबे नूं वेखना पैंदा है। सो अगली रिपोर्ट दे विच धर्मयुद्ध मोर्चे की गल करांगे, कुछ होर एस्पेक्ट्स लैके फिर हाजिर होवांगा। बहुत बहुत धन्यवाद इस रिपोर्ट को देखने लिए।